हाँ जी, सत श्री अकाल भाई सारिਆਂ ਨੂੰ सक्सैस ट्री पंजाब के यूट्यूब चैनल ਤੇ ਸਵਾਗਤ है ਤੁਹਾਡਾ ਸਾਰਿਆਂ ਦਾ। ਇੰਨੀ ਕੁ ਗੱਲ ਸਾਰੇ ਜਾਣਦੇ ਆ ਕਿ ਜਨਵਰੀ ਮਹੀਨੇ 'ਚ ਸਾਡੇ PSSB ਦੇ ਕੁਝ ਇੰਪੋਰਟੈਂਟ ਐਗਜ਼ਾਮਸ ਨੇ। ਵੀਡੀਓ ਦੇ ਐਗਜ਼ਾਮ ਨੂੰ ਕੁਝ ਦਿਨ ਬਾਕੀ ਬਚੇ ਨੇ। ਐਕਸਾਈਜ਼ ਦੇ ਪੇਪਰ ਨੂੰ ਵੀ ਮਹੀਨੇ ਤੋਂ ਘੱਟ ਦਾ ਸਮਾਂ ਬਚਿਆ। ਇਹਦੇ ਨਾਲ ਹੀ PPSC ਦਾ ਸੀਨੀਅਰ ਅਸਿਸਟੈਂਟ ਦਾ ਪੇਪਰ ਵੀ ਆਉਂਦੇ ਦਿਨਾਂ 'ਚ ਦੇਖਿਆ ਜਾਣਾ ਤੇ ਨਾਲ ਹੀ ਪੰਜਾਬ ਦੇ ਵਿੱਚ ਪਟਵਾਰੀ ਦੀਆਂ ਤੇ ਪੰਜਾਬ ਪੁਲਿਸ ਸਬ ਇੰਸਪੈਕਟਰ ਤੇ ਕਾਂਸਟੇਬਲ ਦੀਆਂ ਭਰਤੀਆਂ ਦੀ ਵੀ ਅਨਾਉਂਸਮੈਂਟ ਹੋਈ ਹੈ। ਆਉਂਦੇ 4-6 ਮਹੀਨੇ ਦੇ ਵਿੱਚ ਉਹਨਾਂ ਦੇ ਪੇਪਰ ਵੀ ਦੇਖੇ ਜਾਣੇ ਆ। ਤਾਂ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਅਗਲਾ ਸਮਾਂ ਜਿਹੜਾ ਸਾਰਾ ਉਹ ਮਿਹਨਤ ਕਰਨ ਵਾਲਾ ਸਮਾਂ ਹੈ। ਕਾਫੀ ਵਿਦਿਆਰਥੀ ਇਹਨਾਂ ਐਗਜ਼ਾਮਸ ਦੇ ਉੱਤੇ ਆਪਣੀ ਟੇਕ ਲਾ ਕੇ ਬੈਠੇ ਨੇ ਤਾਂ ਉਹਨਾਂ ਦੀ ਤਿਆਰੀ ਦੇ ਵਿੱਚ ਕੋਈ ਗੈਪ ਨਾ ਪਵੇ। ਤਿਆਰੀ ਇੱਕ ਚੰਗੇ ਪੱਧਰ ਤੇ ਲਗਾਤਾਰ ਹੁੰਦੀ ਰਹੇ। ਜਿਸ ਕਿਸਮ ਦੇ ਅੱਜ ਕੱਲ੍ਹ ਸਵਾਲ ਆ ਰਹੇ ਨੇ ਪੇਪਰਾਂ ਦੇ ਵਿੱਚ ਅਸੀਂ ਉਹਨਾਂ ਸਵਾਲਾਂ ਦੀ ਪ੍ਰੈਕਟਿਸ ਕਰ ਸਕੀਏ, ਪੇਪਰ ਸੌਖੇ ਤਰੀਕੇ ਨਾਲ ਲੰਘਾ ਸਕੀਏ। ਤਾਂ ਉਹਨੂੰ ਧਿਆਨ 'ਚ ਰੱਖ ਕੇ सक्सैस ट्री ਤੇ ਸੀਰੀਜ਼ ਚਲਾਈ ਗਈ ਆ ਜਿਹਦੇ ਵਿੱਚ ਡੇਲੀ ਤੁਸੀਂ 12 ਵਜੇ GS ਦੇ ਇੱਕ ਸਬਜੈਕਟ ਦੀ ਕਲਾਸ ਦੇਖਦੇ ਹੋ, ਦੁਪਹਿਰੇ 3 ਵਜੇ ਮੈਥ ਰੀਜ਼ਨਿੰਗ ਜਾਂ ਇੰਗਲਿਸ਼ ਦੇ ਵਿੱਚੋਂ ਇੱਕ ਸੈਸ਼ਨ ਦੇਖਦੇ ਹੋ। ਤਾਂ ਅੱਜ ਦੇ ਮੈਥ ਦੇ ਸੈਸ਼ਨ ਦੇ ਵਿੱਚ ਆਪਾਂ ਰੋਜ਼ ਦੀ ਤਰ੍ਹਾਂ 4-4 5-5 ਟਾਈਪਸ ਦੇ ਸਵਾਲ ਕਰਿਆ ਕਰਾਂਗੇ। ਤਾਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਮੈਂ ਪਹਿਲੇ ਦੱਸ ਦਿੰਦਾ ਕੁਛ ਤਾਂ ਤੁਹਾਡੇ ਟ੍ਰੇਨਸ ਵਾਲੇ ਥੋੜੇ ਜਿਹੇ ਔਖੇ ਕਿਸਮ ਦੇ ਸਵਾਲ ਦੇਖੋਗੇ। ਟ੍ਰੇਨਸ ਵਾਲੇ ਕੁਐਸਚਨਸ ਦੇ ਨਾਲ ਹੀ ਜਿਹੜੇ ਤੁਸੀਂ ਬਾਰ-ਬਾਰ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਕਹਿੰਦੇ ਹੁੰਦੇ ਸੀ ਕਿ ਇੰਸਟਾਲਮੈਂਟਸ ਵਾਲੇ ਕੁਐਸਚਨ ਕਰਨੇ ਆ, ਤਾਂ ਅੱਜ ਦੇ ਇਸ ਸੈਸ਼ਨ 'ਚ ਟ੍ਰੇਨਸ ਤੋਂ ਬਾਅਦ ਇੰਸਟਾਲਮੈਂਟ ਵਾਲੇ ਜਿਹਦੇ ਵਿੱਚ ਸਿੰਪਲ ਇੰਟਰਸਟ ਦੀ ਇੰਸਟਾਲਮੈਂਟ ਵੀ ਆ, ਕੰਪਾਊਂਡ ਇੰਟਰਸਟ ਦੀ ਇੰਸਟਾਲਮੈਂਟ ਵੀ, ਇੰਸਟਾਲਮੈਂਟਸ ਵਾਲੇ ਸਵਾਲ ਦੇਖੋਗੇ। ਫਿਰ ਕੁਝ ਰੇਸ਼ੀਓ ਦੇ ਸਵਾਲ ਦੇਖੋਗੇ ਤੇ ਅਖੀਰ ਤੇ ਪਾਰਟਨਰਸ਼ਿਪ ਦੇ ਕੁਝ ਸਵਾਲ ਹੋਣਗੇ ਤੇ ਪਾਰਟਨਰਸ਼ਿਪ ਦੇ ਸਵਾਲ ਵੀ ਥੋੜੇ ਜਿਹੇ ਚੰਗੇ ਲੈਵਲ ਦੇ ਕੁਐਸਚਨਸ ਹੋਣਗੇ। ਤਾਂ ਅੱਜ ਦੇ ਵੀ ਪੂਰੇ ਸੈਸ਼ਨ ਦੇ ਵਿੱਚ 2-4 ਸਵਾਲਾਂ ਨੂੰ ਛੱਡ ਕੇ ਤੁਸੀਂ ਸਾਰੇ ਦੇ ਸਾਰੇ ਲਗਭਗ ਨਵੇਂ ਸਵਾਲ ਦੇਖੋਗੇ। ਤਾਂ ਸੈਸ਼ਨ ਸਟਾਰਟ ਕਰਦੇ ਹਾਂ ਬੱਚੇ। ਪਹਿਲਾ ਸਵਾਲ ਸਾਡਾ ਟ੍ਰੇਨਸ ਦਾ ਹੈਗਾ। ਐਗਜ਼ਾਮੀਨਰ ਕਹਿੰਦਾ 2 ਟ੍ਰੇਨਸ ਆਰ ਮੂਵਿੰਗ ਇਨ ਦਾ ਸੇਮ ਡਾਇਰੈਕਸ਼ਨ। 2 ਟ੍ਰੇਨਸ ਸੇਮ ਡਾਇਰੈਕਸ਼ਨ 'ਚ ਚੱਲ ਰਹੀਆਂ ਨੇ ਐਟ ਦਾ ਸਪੀਡ ਆਫ 35 ਕਿਲੋਮੀਟਰ ਪਰ ਆਵਰ ਐਂਡ 71 ਕਿਲੋਮੀਟਰ ਪਰ ਆਵਰ ਰਿਸਪੈਕਟਿਵਲੀ। ਦਾ ਟਾਈਮ ਟੇਕਨ ਬਾਏ ਦਾ ਫਾਸਟਰ ਟ੍ਰੇਨ, ਇਹਨਾਂ 'ਚੋਂ ਜਿਹੜੀ ਟ੍ਰੇਨ ਤੇਜ਼ ਆ ਉਹ ਕਿੰਨਾ ਸਮਾਂ ਲੈਂਦੀ ਹੈ ਟੂ ਕ੍ਰੋਸ ਅ ਮੈਨ ਸਿਟਿੰਗ ਇਨ ਦਾ ਸਲੋਅਰ ਟ੍ਰੇਨ ਇਜ਼ 48 ਸੈਕਿੰਡਸ। ਤਾਂ ਕਹਿੰਦੇ ਜਿਹੜੀ ਤੇਜ਼ ਟ੍ਰੇਨ ਹੈ 71 ਦੀ ਸਪੀਡ ਵਾਲੀ ਉਹ 48 ਸਕਿੰਟ ਲੈਂਦੀ ਹੈ ਕ੍ਰੋਸ ਕਰਨ ਦੇ ਲਈ। ਪਰ ਕ੍ਰੋਸ ਕਰ ਕਿਹਨੂੰ ਰਹੀ ਹੈ? ਉਹ ਦੂਜੀ ਟ੍ਰੇਨ ਨੂੰ ਕ੍ਰੋਸ ਨਹੀਂ ਕਰ ਰਹੀ, ਦੂਜੀ ਟ੍ਰੇਨ 'ਚ ਬੈਠੇ ਬੰਦੇ ਨੂੰ ਕ੍ਰੋਸ ਕਰ ਰਹੀ ਹੈ ਇਨ 48 ਸੈਕਿੰਡਸ। ਸੋ ਵਟ ਵਿਲ ਬੀ ਦਾ ਲੈਂਥ ਆਫ ਦਾ ਫਾਸਟਰ ਟ੍ਰੇਨ। ਤਾਂ ਇਹਨਾਂ ਸਵਾਲਾਂ 'ਚ ਮੈਂ ਪਹਿਲਾਂ ਹੀ ਦੱਸ ਦਿੰਦਾ, ਪੇਡ ਬੈਚ ਦੇ ਵਿੱਚ ਥੋੜੇ ਦਿਨ ਪਹਿਲਾਂ ਇਹੀ ਸਵਾਲ ਹੋਏ ਸੀਗੇ ਕਿ ਜਦੋਂ 2 ਟ੍ਰੇਨਾਂ ਮੂਵ ਕਰਦੀਆਂ ਨੇ, ਚਾਹੇ ਉਹ ਸੇਮ ਡਾਇਰੈਕਸ਼ਨ 'ਚ ਮੂਵ ਕਰਦੀਆਂ ਨੇ ਚਾਹੇ ਉਹ ਆਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰਦੀਆਂ ਨੇ, ਉਹ ਦੋਨੇ ਟ੍ਰੇਨਾਂ ਜੇ ਇੱਕ ਦੂਜੀ ਨੂੰ ਕ੍ਰੋਸ ਕਰਨ ਦੇ ਵਿੱਚ ਕੁਝ ਸਮਾਂ ਲੈਂਦੀਆਂ। ਜੇ ਇਹ 48 ਸਕਿੰਟ ਦਾ ਸਮਾਂ ਹੁੰਦਾ ਕਿ ਭਾਈ ਇੱਕ ਟ੍ਰੇਨ ਦੂਜੀ ਟ੍ਰੇਨ ਨੂੰ ਕ੍ਰੋਸ ਕਰਦੀ ਹੈ ਤਾਂ ਸਾਡਾ ਡਿਸਟੈਂਸ ਹੋਣਾ ਸੀ ਦੋਨਾਂ ਟ੍ਰੇਨਾਂ ਦੀ ਲੈਂਥ ਦੇ ਬਰਾਬਰ। ਦੋਨਾਂ ਟ੍ਰੇਨਾਂ ਦੀ ਟੋਟਲ ਲੈਂਥ ਉਹ ਡਿਸਟੈਂਸ ਹੋਣਾ ਸੀ। ਪਰ ਜਦੋਂ ਕੋਈ ਇੱਕ ਟ੍ਰੇਨ ਦੂਜੀ ਟ੍ਰੇਨ 'ਚ ਬੈਠੇ ਬੰਦੇ ਨੂੰ ਕ੍ਰੋਸ ਕਰਦੀ ਹੈ ਤਾਂ ਉਦੋਂ ਹਮੇਸ਼ਾ ਸਾਡਾ ਡਿਸਟੈਂਸ ਆਊਗਾ ਜਿਹੜੀ ਟ੍ਰੇਨ ਕ੍ਰੋਸ ਕਰਦੀ ਹੈ। ਦੂਜੀ ਟ੍ਰੇਨ 'ਚ ਬੰਦਾ ਹੈ ਤਾਂ ਦੂਜੀ ਟ੍ਰੇਨ ਦਾ ਮਸਲਾ ਨਹੀਂ ਰਹਿ ਗਿਆ, ਜਿਹੜੀ ਟ੍ਰੇਨ ਕ੍ਰੋਸ ਕਰ ਰਹੀ ਹੈ ਬੰਦੇ ਨੂੰ ਉਸ ਟ੍ਰੇਨ ਦੀ ਲੈਂਥ ਆਊਗੀ। ਤੇ ਇਹਦੀ ਮੈਂ ਡਾਇਗਰਾਮੈਟਿਕਲੀ ਜੇ ਕਹਾਣੀ ਬਣਾ ਕੇ ਦਿਖਾ ਦਾਂ ਤੁਹਾਨੂੰ ਤਾਂ ਉੱਥੋਂ ਥੋੜਾ ਜ਼ਿਆਦਾ ਚੰਗਾ ਸਮਝ ਆ ਜਾਊਗਾ। ਆਹ ਦੇਖੋ ਜੀ, ਆਹ ਮੰਨ ਲਓ ਪਹਿਲੀ ਟ੍ਰੇਨ ਹੈ ਜਿਹਦੀ ਸਪੀਡ ਕੀ ਹੈ 71, ਇਹ ਤੇਜ਼ ਆ। ਆਹ ਮੰਨ ਲਓ ਦੂਜੀ ਟ੍ਰੇਨ ਹੈ, ਇਹਦੀ ਸਪੀਡ ਕਿੰਨੀ ਹੈ 35, ਇਹ ਹੌਲੀ ਚੱਲ ਰਹੀ ਹੈ। ਤਾਂ ਐਗਜ਼ਾਮੀਨਰ ਕਹਿੰਦਾ ਜਿਹੜੀ ਫਾਸਟ ਟ੍ਰੇਨ ਹੈ ਇਹ ਫਾਸਟ ਹੈ, ਦੂਜੀ ਸਲੋ ਹੈ। ਤਾਂ ਫਾਸਟ ਟ੍ਰੇਨ ਸਲੋ ਟ੍ਰੇਨ 'ਚ ਬੈਠੇ ਬੰਦੇ ਨੂੰ, ਇੱਥੇ ਇੱਕ ਬੰਦਾ ਬੈਠਾ ਹੈਗਾ, ਉਹਨੂੰ ਕ੍ਰੋਸ ਕਰਦੀ ਆ 48 ਸਕਿੰਟ ਦੇ ਵਿੱਚ। ਤਾਂ ਜਿਹੜਾ ਸਮਾਂ ਲੱਗ ਰਿਹਾ 48 ਸਕਿੰਟ ਉਹ ਕਿਹਦਾ ਹੈਗਾ? ਫਾਸਟ ਟ੍ਰੇਨ ਕੱਲੇ ਬੰਦੇ ਨੂੰ ਕ੍ਰੋਸ ਕਰਦੀ ਹੈ। ਹੁਣ ਬੰਦੇ ਦੀ ਤਾਂ ਆਪਣੀ ਕੋਈ ਲੰਬਾਈ ਨਹੀਂ ਹੈਗੀ, ਤਾਂ ਟ੍ਰੇਨ ਦੀ ਆਪਣੀ ਇੱਕ ਪੂਰੀ ਦੀ ਪੂਰੀ ਲੰਬਾਈ ਹੋਊਗੀ, ਸਾਨੂੰ ਨਹੀਂ ਪਤਾ, ਅਸੀਂ ਉਹਨੂੰ L ਮੰਨ ਲੈਂਦੇ ਆ। ਤਾਂ ਪੂਰੀ ਦੀ ਪੂਰੀ L ਲੰਬਾਈ ਦੀ ਟ੍ਰੇਨ ਇੱਕ ਬੰਦੇ ਨੂੰ ਕ੍ਰੋਸ ਕਰਦੀ ਜਿਹਦੀ ਆਪਣੀ ਕੋਈ ਲੰਬਾਈ ਨਹੀਂ ਹੈਗੀ। ਤਾਂ ਸਾਡਾ ਡਿਸਟੈਂਸ ਕੀ ਹੋ ਜਾਊਗਾ? L ਦੇ ਬਰਾਬਰ ਆ ਜਾਊਗਾ ਕਿਉਂਕਿ ਬੰਦੇ ਦੀ ਕੋਈ ਲੰਬਾਈ ਨਹੀਂ। ਤਾਂ ਡਿਸਟੈਂਸ L ਕਿਹਦੇ ਬਰਾਬਰ ਹੋਊਗਾ? ਸਪੀਡ ਇਨਟੂ ਟਾਈਮ। ਟਾਈਮ 48 ਸਕਿੰਟ ਲੱਗਦੇ ਆ ਪਰ ਸਪੀਡ ਕੀ ਹੋਊਗੀ ਬੱਚੇ? ਸਪੀਡ ਹੀ ਇਸ ਕੁਐਸਚਨ 'ਚ ਧਿਆਨ ਨਾਲ ਦੇਖਣੀ ਹੈ। ਜੇ ਤਾਂ ਬੰਦਾ ਰੇਲ ਦੀ ਪਟੜੀ ਦੇ ਸਾਈਡ ਤੇ ਖੜਾ ਹੁੰਦਾ ਫਿਰ ਤਾਂ ਬੰਦਾ ਖੜਾ ਤਾਂ ਉਹਦੀ ਕੋਈ ਸਪੀਡ ਨਹੀਂ, ਬੰਦਾ 2 ਦੀ ਸਪੀਡ ਤੇ ਤੁਰਦਾ 4 ਦੀ ਸਪੀਡ ਤੇ ਤੁਰਦਾ ਤਾਂ ਉਹਦੀ ਉਸ ਹਿਸਾਬ ਨਾਲ ਸਪੀਡ ਹੁੰਦੀ। ਹੁਣ ਬੰਦਾ ਕਿੱਥੇ ਆ? ਹੁਣ ਬੰਦਾ ਇੱਕ ਇਹੋ ਜਿਹੀ ਟ੍ਰੇਨ 'ਚ ਬੈਠਾ ਜਿਹੜੀ ਆਪ 35 ਦੀ ਸਪੀਡ ਤੇ ਭੱਜ ਰਹੀ ਹੈ। ਤਾਂ ਬਸ ਸਮਝਣ ਵਾਲੀ ਗੱਲ ਇੰਨੀ ਕਾ ਕਿ ਜੇ ਟ੍ਰੇਨ 35 ਦੀ ਸਪੀਡ ਤੇ ਭੱਜ ਰਹੀ ਹੈ ਜਿਹਦੇ ਵਿੱਚ ਬੰਦਾ ਬੈਠਾ ਤਾਂ ਬੰਦਾ ਵੀ 35 ਦੀ ਸਪੀਡ ਤੇ ਜਾ ਰਿਹਾ ਤਾਂ ਬਸ ਇਸ ਸਵਾਲ 'ਚ ਬੰਦਾ 35 ਦੀ ਸਪੀਡ ਤੇ ਮੰਨਿਆ ਜਾਊਗਾ। ਤਾਂ ਕਿਉਂਕਿ ਸੇਮ ਡਾਇਰੈਕਸ਼ਨ ਦਾ ਕੇਸ ਹੈ ਤਾਂ ਰਿਲੇਟਿਵ ਸਪੀਡ ਆ ਗਈ 71 - 35 36। ਤਾਂ ਸਪੀਡ ਆ ਗਈ 36 ਕਿਲੋਮੀਟਰ ਪਰ ਆਵਰ, ਉਹਨੂੰ ਅਸੀਂ ਮੀਟਰ ਪਰ ਸੈਕਿੰਡ ਬਣਾ ਲੈਂਦੇ ਹਾਂ ਕਿ ਮੈਂ
ਮਾਰਕਰ ਦਾ ਰੰਗ ਕਾਲਾ ਵਰਤ ਲੈਣਾ ਤਾਂ ਕਿ ਪਤਾ ਲੱਗ ਜਾਏ ਕਿ ਉਹਨੂੰ ਮੀਟਰ ਪਰ ਸੈਕਿੰਡ 'ਚ ਬਣਾਇਆ ਹੈਗਾ। ਇਹ ਤਾਂ ਆ ਗਈ ਰਿਲੇਟਿਵ ਸਪੀਡ ਇਨਟੂ ਟਾਈਮ ਲੱਗ ਰਿਹਾ 48 ਸਕਿੰਟ। ਤਾਂ ਬੱਚੇ 18 ਤੇ 36 ਆ ਗਿਆ 2 2 × 5 10 48 × 10 ਲੈਂਥ ਆ ਗਈ ਤੁਹਾਡੀ 480 ਮੀਟਰ। ਤਾਂ ਇਸ ਕੁਐਸਚਨ 'ਚ ਹਮੇਸ਼ਾ ਧਿਆਨ ਰੱਖਣਾ ਹੈਗਾ ਜਿਹੜੀ ਟ੍ਰੇਨ ਕ੍ਰੋਸ ਕਰਦੀ ਆ ਬੰਦੇ ਨੂੰ ਤਾਂ ਉਸ ਟ੍ਰੇਨ ਦੀ ਲੰਬਾਈ ਆਊਗੀ। ਤਾਂ ਟ੍ਰੇਨ ਦੀ ਲੰਬਾਈ ਆ ਗਈ ਸੀ ਆਪਸ਼ਨ 480 ਮੀਟਰ। ਤਾਂ ਇਹੋ ਜਿਹੇ ਕੁਐਸਚਨ ਅੱਜ ਕੱਲ੍ਹ ਥੋੜੇ ਜਿਹੇ ਪੰਜਾਬ ਵਾਲਿਆਂ ਨੇ PSSB ਤੇ PPSC ਵਾਲਿਆਂ ਨੇ ਪਾਉਣੇ ਸ਼ੁਰੂ ਕੀਤੇ ਆ। ਤਾਂ ਇਹੋ ਜਿਹੇ ਕੁਝ ਕੁਐਸਚਨਸ ਦੀ ਵੀ ਪ੍ਰੈਕਟਿਸ ਕਰਾਂਗੇ। ਇਹਦੇ ਨਾਲ ਦਾ ਅਗਲਾ ਕੁਐਸਚਨ ਬਿਲਕੁਲ ਮਿਲਦਾ ਜੁਲਦਾ ਹੈਗਾ। ਐਗਜ਼ਾਮੀਨਰ ਕਹਿੰਦਾ ਰੇਨੂ ਵਾਜ਼ ਸਿਟਿੰਗ ਇਨਸਾਈਡ ਟ੍ਰੇਨ A ਵਿਚ ਵਾਜ਼ ਟਰੈਵਲਿੰਗ ਐਟ 50 ਸਪੀਡ। ਕਹਿੰਦੇ ਰੇਨੂ ਇੱਕ ਟ੍ਰੇਨ 'ਚ ਬੈਠੀ ਹੈ ਜਿਹੜੀ ਟ੍ਰੇਨ 50 ਦੀ ਸਪੀਡ ਤੇ ਭੱਜ ਰਹੀ ਆ। Another train B whose length was 3 times the length of A। ਤਾਂ ਕਹਿੰਦੇ ਇੱਕ ਦੂਜੀ ਟ੍ਰੇਨ B ਜਿਹਦੀ ਲੰਬਾਈ ਕੀ ਹੈ ਪਹਿਲੀ ਟ੍ਰੇਨ ਤੋਂ ਰੇਨੂ ਵਾਲੀ ਟ੍ਰੇਨ ਤੋਂ 3 ਗੁਣਾ crossed her in the opposite direction in 15 seconds। ਕਹਿੰਦੇ ਇੱਕ ਦੂਜੀ ਟ੍ਰੇਨ ਪਹਿਲੀ ਟ੍ਰੇਨ ਤੋਂ ਆਪੋਜ਼ਿਟ ਡਾਇਰੈਕਸ਼ਨ 'ਚ ਜਾ ਰਹੀ ਹੈ ਤੇ ਉਹ ਰੇਨੂ ਨੂੰ, ਕਿਉਂਕਿ crossed her ਲਿਖਿਆ, ਹਰ ਦਾ ਮਤਲਬ ਰੇਨੂ ਦੀ ਗੱਲ ਹੋ ਰਹੀ ਹੈ। ਇਟ ਲਿਖਿਆ ਹੁੰਦਾ ਤਾਂ ਦੂਜੀ A ਟ੍ਰੇਨ ਦੀ ਗੱਲ ਹੁੰਦੀ। B ਟ੍ਰੇਨ A ਟ੍ਰੇਨ ਨੂੰ ਨਹੀਂ ਕ੍ਰੋਸ ਕਰ ਰਹੀ, B ਟ੍ਰੇਨ ਰੇਨੂ ਨੂੰ ਕ੍ਰੋਸ ਕਰ ਰਹੀ ਹੈ ਜੋ ਕਿ A ਟ੍ਰੇਨ ਦੇ ਵਿੱਚ ਬੈਠੀ ਹੈ। ਤਾਂ ਸਿਮਿਲਰ ਕੁਐਸਚਨ ਬਣ ਗਿਆ। ਉਹ ਕਹਿੰਦੇ ਇਫ ਦਾ ਸਪੀਡ ਆਫ ਟ੍ਰੇਨ B ਵਾਸ 58 ਕਿਲੋਮੀਟਰ ਪਰ ਆਵਰ ਤਾਂ ਦੱਸੋ ਟ੍ਰੇਨ A ਦੀ ਲੈਂਥ। ਬੱਚੇ ਪਿਛਲੇ ਕੁਐਸਚਨ 'ਚ ਮੈਂ ਕੀ ਸਮਝਾ ਕੇ ਹਟਿਆ ਕਿ ਭਾਈ ਜਿਹੜੀ ਟ੍ਰੇਨ ਕ੍ਰੋਸ ਕਰਦੀ ਹੈ ਉਹਦੀ ਲੰਬਾਈ ਆਉਂਦੀ ਹੈ। ਤਾਂ ਇੱਥੇ ਤਾਂ ਟ੍ਰੇਨ B ਕ੍ਰੋਸ ਕਰਦੀ ਹੈ ਨਾ ਰੇਨੂ ਨੂੰ, ਰੇਨੂ A ਟ੍ਰੇਨ 'ਚ ਬੈਠੀ ਹੈ, A ਟ੍ਰੇਨ ਦਾ ਕੋਈ ਮਸਲਾ ਨਹੀਂ। ਤਾਂ ਜੇ B ਟ੍ਰੇਨ ਕ੍ਰੋਸ ਕਰਦੀ ਤਾਂ B ਦੀ ਲੈਂਥ ਹੋਣੀ ਸੀ। ਐਗਜ਼ਾਮੀਨਰ A ਦੀ ਲੈਂਥ ਪੁੱਛ ਰਿਹਾ ਤਾਂ ਇਹਦਾ ਮਤਲਬ ਕੀ ਹੈ ਸਾਨੂੰ ਕੁਐਸਚਨ 'ਚ ਕੋਈ ਰਿਲੇਸ਼ਨ ਦਿੱਤਾ ਤੇ ਉਹ ਰਿਲੇਸ਼ਨ ਕੀ ਹੈ ਕਿ ਭਾਈ B ਟ੍ਰੇਨ ਦੀ ਲੰਬਾਈ ਕੀ ਹੈ A ਟ੍ਰੇਨ ਨਾਲੋਂ 3 ਗੁਣਾ। ਸੋ ਜੇ ਸਾਡੇ ਕੋਲ B ਟ੍ਰੇਨ ਦੀ ਲੰਬਾਈ A ਤੋਂ 3 ਗੁਣਾ ਹੈ ਤਾਂ A ਦੀ ਲੰਬਾਈ B ਦਾ ਤੀਜਾ ਹਿੱਸਾ ਹੋ ਗਈ 1/3 ਹੋ ਗਈ। ਤਾਂ B ਦੀ ਲੰਬਾਈ ਕੱਢ ਕੇ ਉਹਦਾ ਤੀਜਾ ਹਿੱਸਾ ਕਰਕੇ ਸਾਡਾ ਆਨਸਰ ਆਜੂ A ਟ੍ਰੇਨ ਦੀ ਲੰਬਾਈ। ਤਾਂ ਬੱਚੇ A ਟ੍ਰੇਨ ਦੇ ਵਿੱਚ ਰੇਨੂ ਬੈਠੀ ਹੈ, B ਟ੍ਰੇਨ ਉਹਨੂੰ ਆਪੋਜ਼ਿਟ ਡਾਇਰੈਕਸ਼ਨ 'ਚ ਕ੍ਰੋਸ ਕਰਦੀ ਹੈ। A ਟ੍ਰੇਨ ਰੇਨੂ ਵਾਲੀ ਜਿਹੜੀ 50 ਦੀ ਸਪੀਡ ਤੇ ਜਾ ਰਹੀ ਹੈ, B ਟ੍ਰੇਨ ਆਹ A ਟ੍ਰੇਨ ਆਹ B ਟ੍ਰੇਨ ਇਹ ਆਪੋਜ਼ਿਟ ਡਾਇਰੈਕਸ਼ਨ ਦਾ ਕੇਸ ਹੈ, 58 ਦੀ ਸਪੀਡ ਤੇ ਜਾ ਰਹੀ ਹੈ। ਰੇਨੂ ਬੈਠੀ ਹੈ ਇੱਥੇ, ਰੇਨੂ ਇੱਥੇ ਬੈਠੀ ਹੈ ਤਾਂ ਬੱਚੇ ਸਾਡਾ ਡਿਸਟੈਂਸ ਕਿਹਦਾ ਆਊਗਾ? ਡਿਸਟੈਂਸ ਆਊਗਾ ਜਿਹੜੀ ਟ੍ਰੇਨ ਰੇਨੂ ਨੂੰ ਕ੍ਰੋਸ ਕਰੂਗੀ। ਤਾਂ ਇਹਦੀ ਲੈਂਥ ਮੰਨ ਲੈਂਦੇ ਆ ਆਪਾਂ 3A, ਇਹਦੀ ਲੈਂਥ ਆਪਾਂ ਮੰਨ ਲੈਂਦੇ ਆ A। ਬੱਚੇ ਇਸ ਟ੍ਰੇਨ ਦੀ ਲੈਂਥ A ਚਾਹੀਦੀ ਤਾਂ ਇਸ ਕਰਕੇ ਕਿਉਂਕਿ ਕੁਐਸਚਨ 'ਚ ਪੁੱਛੀ ਗਈ ਹੈ। ਤਾਂ ਇਹਦੀ ਲੈਂਥ ਉਹ ਤੋਂ 3 ਗੁਣਾ ਤਾਂ 3A। ਤਾਂ ਡਿਸਟੈਂਸ ਆ ਗਿਆ 3A ਕਿਹਦੇ ਬਰਾਬਰ? ਰਿਲੇਟਿਵ ਸਪੀਡ ਆ ਗਈ 108, ਉਹਨੂੰ ਮੀਟਰ ਪਰ ਸੈਕਿੰਡ ਬਣਾਉਣ ਦੇ ਲਈ 5/18 ਇਨਟੂ ਟਾਈਮ ਲੱਗ ਰਿਹਾ ਹੈ ਕਿੰਨੇ ਟਾਈਮ 'ਚ ਕ੍ਰੋਸ ਕਰ ਰਹੀ ਹੈ 15 ਸਕਿੰਟਾਂ ਦੇ ਵਿੱਚ। ਤਾਂ ਬੱਚੇ ਇਹ ਆ ਗਿਆ ਤੁਹਾਡਾ 6 × 5 30 15 30 450। ਤਾਂ 3A ਦੀ ਵੈਲਿਊ 450 ਆ ਗਈ। 450 ਕੀ ਆ ਗਿਆ? ਇਸ ਟ੍ਰੇਨ ਦੀ ਲੈਂਥ। ਪਰ ਐਗਜ਼ਾਮੀਨਰ ਨੇ ਇਹਦੀ ਲੈਂਥ ਪੁੱਛੀ ਹੈ, ਉਹਦੀ 3 ਗੁਣਾ ਤਾਂ ਇਹਦੀ A ਕਿੰਨੀ ਹੋ ਜੂਗੀ? ਆ 3 ਕੱਟੋ 2 ਆ ਗਿਆ ਤਾਂ A ਦੀ ਵੈਲਿਊ ਆ ਗਈ 150 ਮੀਟਰ। ਤਾਂ ਬੱਚੇ ਪਹਿਲੀ ਟ੍ਰੇਨ A ਟ੍ਰੇਨ ਦੀ ਲੰਬਾਈ ਸਿਰਫ 150 ਮੀਟਰ ਆਊਗੀ ਇਸ ਕੁਐਸਚਨ 'ਚ। ਵੈਸੇ ਤਾਂ 450 ਆਪਸ਼ਨ ਹੀ ਨਹੀਂ ਹੈਗਾ, ਪਰ ਕਿਸੇ ਬੱਚੇ ਨੇ ਗਲਤੀ ਨਾਲ 450 ਮਾਰਕ ਵੀ ਨਹੀਂ ਕਰ ਦੇਣਾ ਹੈਗਾ। 450 B ਟ੍ਰੇਨ ਦੀ ਲੰਬਾਈ ਆਈ ਹੈ ਤੇ B ਟ੍ਰੇਨ ਦੀ ਲੰਬਾਈ ਹੀ ਨਿਕਲਣੀ ਸੀ ਇਸ ਕੁਐਸਚਨ ਦੇ ਵਿੱਚ। ਉਹ A ਟ੍ਰੇਨ ਦੀ ਲੰਬਾਈ ਤੋਂ 3 ਗੁਣਾ ਹੈ ਤਾਂ ਆਪਾਂ 3 ਗੁਣਾ ਦੀ ਵੈਲਿਊ 450 ਕੱਢ ਲਈ। ਤਾਂ ਇਸ ਟ੍ਰੇਨ ਦੀ ਲੈਂਥ A ਦੀ ਪੁੱਛੀ ਹੈ, ਉਹ 150 ਮੀਟਰ ਆਨਸਰ ਆ ਜਾਊਗਾ। ਤਾਂ ਇਸ ਕੁਐਸਚਨ ਦਾ ਆਨਸਰ D ਆਪਸ਼ਨ 150 ਮੀਟਰ। ਇਸ ਤੋਂ ਬਾਅਦ ਟ੍ਰੇਨਸ ਵਾਲਾ ਇੱਕ ਹੋਰ ਥੋੜਾ ਜਿਹਾ ਅਜੀਬ ਕੁਐਸਚਨ ਜਿਹੜਾ ਇਹਨਾਂ ਤੋਂ ਵੀ ਹਟ ਕੇ ਹੈ, ਥੋੜਾ ਜਿਹਾ ਧਿਆਨ ਨਾਲ ਦੇਖਣ ਵਾਲਾ, ਉਹ ਹੋਊਗਾ ਸਾਰਾ ਰਿਲੇਟਿਵ ਸਪੀਡ ਨਾਲ। ਐਗਜ਼ਾਮੀਨਰ ਕਹਿੰਦਾ ਕਿ ਅ ਟ੍ਰੇਨ ਲੀਵਸ ਸਟੇਸ਼ਨ A ਐਟ 7 AM। ਇੱਕ ਟ੍ਰੇਨ ਹੈ ਉਹ A ਸਟੇਸ਼ਨ ਤੋਂ ਤੜਕੇ 7 ਵਜੇ ਚੱਲਦੀ ਹੈ ਐਂਡ ਰੀਚਿਸ ਅਨਦਰ ਸਟੇਸ਼ਨ B ਐਟ 11 AM ਤੇ B ਸਟੇਸ਼ਨ ਤੇ ਪਹੁੰਚ ਜਾਂਦੀ ਹੈ 11 ਵਜੇ। ਤਾਂ ਬੱਚੇ ਪਹਿਲਾ ਕੇਸ ਐਗਜ਼ਾਮੀਨਰ ਕਹਿੰਦਾ ਇੱਕ ਟ੍ਰੇਨ ਹੈ ਉਹ A ਸਟੇਸ਼ਨ ਤੋਂ 7 ਵਜੇ ਚੱਲੀ, B ਸਟੇਸ਼ਨ ਤੇ 11 ਵਜੇ ਪਹੁੰਚ ਗਈ। ਤੇ ਫਿਰ ਇੱਕ ਦੂਜੀ ਟ੍ਰੇਨ ਹੈ ਉਹ B ਸਟੇਸ਼ਨ ਵਾਲੇ ਪਾਸੋਂ ਚੱਲਦੀ ਹੈ ਸਵੇਰੇ 8 ਵਜੇ ਤੇ A ਸਟੇਸ਼ਨ ਤੇ ਪਹੁੰਚਦੀ ਹੈ 11:30 ਵਜੇ। ਤਾਂ ਬੱਚੇ ਦੋ ਟ੍ਰੇਨਾਂ ਦਾ ਕੇਸ ਹੈ, ਇੱਕ A ਤੋਂ B ਜਾਂਦੀ ਹੈ, ਦੂਜੀ B ਤੋਂ A ਆਉਂਦੀ ਹੈ।
A ਤੋਂ B ਜਾਣ ਵਾਲੀ 7 ਵਜੇ ਚੱਲਦੀ ਹੈ, 11 ਵਜੇ ਪਹੁੰਚਦੀ ਹੈ, ਤੇ ਜਿਹੜੀ ਦੂਜੇ ਪਾਸੇ ਚੱਲਦੀ ਹੈ ਉਹ ਘੰਟਾ ਲੇਟ 8 ਵਜੇ ਚੱਲਦੀ ਹੈ, 11:30 ਪਹੁੰਚ ਜਾਂਦੀ ਹੈ। ਇੰਨੀ ਗੱਲ ਕਲੀਅਰ ਹੈ ਕਿ ਇੱਕ A ਤੋਂ B ਜਾ ਰਹੀ ਹੈ, ਦੂਜੀ B ਤੋਂ A ਜਾ ਰਹੀ ਹੈ, ਤਾਂ ਰਾਹ ਚੋਂ ਲੰਘਣਗੇ, ਕਿਤੋਂ ਮਿਲਣਗੀਆਂ ਤਾਂ ਕਿੰਨੇ ਵਜੇ ਮਿਲਣਗੇ। ਟਾਈਮ ਪੁੱਛਿਆ ਤਾਂ 2 ਟ੍ਰੇਨਸ ਕ੍ਰੋਸ ਵਨ ਅਨਦਰ ਐਟ ਕਿੰਨੇ ਵਜੇ। ਤਾਂ ਇਹ ਥੋੜਾ ਜਿਹਾ ਧਿਆਨ ਨਾਲ ਕਰਨ ਵਾਲਾ ਕੁਐਸਚਨ ਹੈ। ਆਉਂਦੇ ਦਿਨਾਂ ਦੇ ਵਿੱਚ ਇਸ ਕੁਐਸਚਨ ਦੀ ਮੈਂ ਹੋਰ ਜ਼ਿਆਦਾ ਪ੍ਰੈਕਟਿਸ ਕਰਾ ਦੂੰ, ਕਾਫੀ ਕੁਐਸਚਨਸ ਮੈਂ ਇਸ ਤਰ੍ਹਾਂ ਦੇ ਕਰਾ ਦੂੰਗਾ। ਆਹ ਕੁਐਸਚਨ ਦੇਖੋ, ਆਹ ਮੰਨ ਲਓ A ਸਟੇਸ਼ਨ ਹੈ, ਆ B ਸਟੇਸ਼ਨ ਹੈ। A ਸਟੇਸ਼ਨ ਤੋਂ ਪਹਿਲੀ ਟ੍ਰੇਨ ਚੱਲੀ 7 ਵਜੇ ਤੇ ਪਹੁੰਚ ਗਈ 11 ਵਜੇ। ਇਹ ਪਹਿਲੀ ਟ੍ਰੇਨ ਹੈ। ਦੂਜੀ ਟ੍ਰੇਨ B ਤੋਂ ਚੱਲਦੀ ਹੈ ਘੰਟਾ ਲੇਟ 8 ਵਜੇ ਤੇ ਉਹ A ਸਟੇਸ਼ਨ ਡੈਸਟੀਨੇਸ਼ਨ ਤੇ ਪਹੁੰਚ ਗਈ 11:30 ਵਜੇ। ਤਾਂ ਬੱਚੇ ਇਹ ਤਾਂ ਸਾਨੂੰ ਐਗਜ਼ਾਮੀਨਰ ਨੇ ਦਿੱਤਾ ਹੋਇਆ, ਤਾਂ ਪਰ ਦੋਨਾਂ ਸਟੇਸ਼ਨਾਂ 'ਚ ਡਿਸਟੈਂਸ ਕਿੰਨਾ ਇਹੋ ਜਿਹਾ ਤਾਂ ਕੁਛ ਨਹੀਂ ਦਿੱਤਾ। ਤਾਂ ਅਸੀਂ ਇਸ ਕੁਐਸਚਨ ਨੂੰ ਸ਼ੁਰੂ ਕਰਨ ਵੇਲੇ ਦੋਨਾਂ ਸਟੇਸ਼ਨਾਂ ਦਾ ਡਿਸਟੈਂਸ ਦੇਖਣਾ। ਤਾਂ ਡਿਸਟੈਂਸ ਕਿਵੇਂ ਦੇਖਿਆ ਜਾਊ? ਪਹਿਲੀ ਟ੍ਰੇਨ ਕਿੰਨਾ ਸਮਾਂ ਲੈ ਰਹੀ ਹੈ ਬੱਚੇ? ਪਹਿਲੀ ਟ੍ਰੇਨ ਲੈ ਰਹੀ ਹੈ ਤੁਹਾਡੀ 4 ਘੰਟੇ ਤੇ ਦੂਜੀ ਟ੍ਰੇਨ ਲੈ ਰਹੀ ਹੈ ਤੁਹਾਡੀ 3.5 ਘੰਟੇ। ਤਾਂ ਪਹਿਲੀ ਟ੍ਰੇਨ 7 ਤੋਂ 11 4 ਘੰਟੇ, ਦੂਜੀ 8 ਤੋਂ 11:30 3.5 ਘੰਟੇ। ਤਾਂ ਧਿਆਨ ਨਾਲ ਦੇਖੋ ਦੋਨਾਂ ਟ੍ਰੇਨਾਂ ਦਾ, ਪਹਿਲੀ ਟ੍ਰੇਨ ਨੂੰ ਮੈਂ 1 ਟ੍ਰੇਨ ਲਿਖ ਲੈਣਾ, ਦੂਜੀ ਟ੍ਰੇਨ ਨੂੰ ਮੈਂ 2 ਟ੍ਰੇਨ ਲਿਖ ਲੈਣਾ। ਤਾਂ ਬੱਚੇ ਇਹਨਾਂ ਦੇ ਟਾਈਮ ਦੀ ਰੇਸ਼ੀਓ ਕੀ ਹੈ? ਟਾਈਮ ਦੀ ਰੇਸ਼ੀਓ ਹੈ 4:3.5। 4:3.5। ਤਾਂ ਸਪੀਡ ਦੀ ਰੇਸ਼ੀਓ ਕੀ ਹੋ ਜੂਗੀ? ਸਪੀਡ ਦੀ ਰੇਸ਼ੀਓ ਹੋ ਜੂਗੀ ਪੁੱਠੀ, ਕਿਉਂਕਿ ਡਿਸਟੈਂਸ ਸੇਮ ਹੈ ਤਾਂ ਸਪੀਡ ਤੇ ਟਾਈਮ ਪੁੱਠੀ ਰੇਸ਼ੀਓ 'ਚ। ਸਪੀਡ ਦੀ ਰੇਸ਼ੀਓ ਜੂ 3.5/4 ਯਾਨੀ ਕਿ 7:8। ਤਾਂ ਸਪੀਡ ਦੀ ਰੇਸ਼ੀਓ ਹੋ ਗਈ ਪੁੱਠੀ 7:8। ਤਾਂ ਤੁਹਾਡਾ ਡਿਸਟੈਂਸ ਕੀ ਆ ਗਿਆ? ਡਿਸਟੈਂਸ ਆ ਗਿਆ ਟਾਈਮ ਇਨਟੂ ਸਪੀਡ। 7 ਗੁਣਾ 4 ਕਰ ਦੋ, ਚਾਹੇ 8 ਗੁਣਾ 3.5 ਕਰ ਦੋ, ਤੁਹਾਡਾ ਡਿਸਟੈਂਸ ਆ ਗਿਆ 28। ਤਾਂ ਤੁਸੀਂ ਡਿਸਟੈਂਸ ਅਸਿਊਮ ਕਰਨਾ ਸੀਗਾ, ਤਾਂ A ਤੇ B ਦਾ ਡਿਸਟੈਂਸ ਆ ਗਿਆ ਬੱਚੇ। ਟਾਈਮ ਤੁਹਾਡਾ ਪਹਿਲੀ ਦਾ 4, ਦੂਜੀ ਦਾ 3.5, ਤਾਂ ਟਾਈਮ 4:3.5 ਹੈ। ਤਾਂ ਸਪੀਡ ਹੋ ਜੂ ਪੁੱਠੀ 3.3/4 ਯਾਨੀ ਕਿ 7:8। ਤਾਂ ਤੁਹਾਡਾ ਡਿਸਟੈਂਸ ਆ ਜੂ ਸਪੀਡ ਇਨਟੂ ਟਾਈਮ 7 × 4 28। ਤਾਂ ਜਦੋਂ ਤੁਸੀਂ ਡਿਸਟੈਂਸ ਅਸਿਊਮ ਕਰ ਲਿਆ 28, ਫਿਰ ਕੁਐਸਚਨ ਨੂੰ ਸੋਲਵ ਕਰੋ ਧਿਆਨ ਨਾਲ। ਫਿਰ ਦੋਨੇ ਟ੍ਰੇਨਾਂ ਚੋਂ ਪਹਿਲਾਂ ਕਿਹੜੀ ਟ੍ਰੇਨ ਚੱਲੀ? ਪਹਿਲੀ ਟ੍ਰੇਨ ਚੱਲੀ 7 ਵਜੇ, ਦੂਜੀ ਨੇ ਘੰਟੇ ਬਾਅਦ 8 ਵਜੇ ਚੱਲਣਾ। ਤਾਂ ਜਦੋਂ ਦੂਜੀ ਟ੍ਰੇਨ ਨੇ ਚੱਲਣਾ ਉਸ ਤੋਂ ਪਹਿਲਾਂ ਤੱਕ ਪਹਿਲੀ ਟ੍ਰੇਨ 1 ਘੰਟਾ ਚੱਲੂਗੀ 8 ਵਜੇ ਤੱਕ। ਤਾਂ ਪਹਿਲੀ ਟ੍ਰੇਨ 8 ਵਜੇ ਤੱਕ ਕਿੰਨਾ ਡਿਸਟੈਂਸ ਕਵਰ ਕਰ ਲੂਗੀ? ਧਿਆਨ ਨਾਲ ਦੇਖੋ ਜੀ, 8 ਵਜੇ ਇਹਨੇ ਇੱਥੇ ਪਹੁੰਚਣਾ, ਤਾਂ 1 ਘੰਟੇ 'ਚ ਕਿੰਨਾ ਡਿਸਟੈਂਸ ਕਵਰ ਕਰ ਲਿਆ ਇਹਨੇ? ਪਹਿਲੀ ਟ੍ਰੇਨ 1 ਘੰਟੇ 'ਚ 7 ਸਪੀਡ ਤੇ ਕਵਰ ਕਰ ਰਹੀ ਹੈ। ਜੇ ਉਹ 4 ਘੰਟੇ 'ਚ 28 ਕਵਰ ਕਰਦੀ ਹੈ ਤਾਂ ਹਰ ਘੰਟੇ 'ਚ 7 ਹੈ ਨਾ, ਉਹ ਸਪੀਡ ਇੱਥੋਂ 7 ਪਤਾ ਵੀ ਲੱਗ ਰਹੀ ਹੈ। ਤਾਂ 1 ਘੰਟੇ 'ਚ ਉਹਨੇ 7 ਕਵਰ ਕਰ ਲਿਆ, ਤਾਂ ਰਿਮੇਨਿੰਗ ਕਿੰਨਾ ਰਹਿ ਗਿਆ? 21। ਰਿਮੇਨਿੰਗ ਡਿਸਟੈਂਸ ਰਹਿ ਗਿਆ 21। ਤਾਂ ਉਹ 21 ਡਿਸਟੈਂਸ ਕਦੋਂ ਰਹਿ ਗਿਆ? ਜਦੋਂ 8 ਵਜੇ ਇਧਰੋਂ ਇਹ ਚੱਲ ਪਈ, ਉਧਰੋਂ ਉਹ ਚੱਲ ਪਈ। ਤਾਂ ਹੁਣ ਉਹ ਰਿਲੇਟਿਵ ਸਪੀਡ ਬਣ ਗਈ, ਤੇ ਰਿਲੇਟਿਵ ਸਪੀਡ ਕਿੰਨੀ ਹੈ? 7 ਇਧਰੋਂ 8 ਇਧਰੋਂ। ਤਾਂ ਰਿਲੇਟਿਵ ਸਪੀਡ ਹੋ ਗਈ ਆਪੋਜ਼ਿਟ ਡਾਇਰੈਕਸ਼ਨ 'ਚ 15। ਤਾਂ 21 ਡਿਸਟੈਂਸ ਉਹਨਾਂ ਨੇ 15 ਦੀ ਸਪੀਡ ਤੇ ਕਵਰ ਕਰਨਾ। ਤਾਂ ਟਾਈਮ ਕਿੰਨਾ ਲੱਗੂਗਾ? ਡਿਸਟੈਂਸ ਅਪੋਨ ਸਪੀਡ 21/15। 21/15 ਕਿੰਨਾ ਹੋ ਗਿਆ? 7/5। 7/5 ਦਾ ਮਤਲਬ 1/2/5। 1/2/5 ਦਾ ਮਤਲਬ 1 ਘੰਟਾ ਪੂਰਾ, ਤੇ 2/5 ਤੁਹਾਡਾ ਬਣ ਗਿਆ 24 ਮਿੰਟ। ਤਾਂ 1 ਘੰਟਾ 24 ਮਿੰਟ ਬਾਅਦ, ਤਾਂ 8 ਵਜੇ ਤੋਂ 1 ਘੰਟਾ 24 ਮਿੰਟ ਬਾਅਦ ਤੁਹਾਡਾ ਸਮਾਂ ਹੋ ਜਾਊਗਾ 9:24 ਮਿੰਟ। ਤਾਂ 9:24 ਮਿੰਟ ਤੇ ਦੋਨੇ ਟ੍ਰੇਨਾਂ ਮਿਲਣਗੀਆਂ। ਇਹ ਥੋੜਾ ਜਿਹਾ ਟ੍ਰੇਨਸ ਦਾ ਔਖਾ ਕੁਐਸਚਨ ਹੈ, ਥੋੜੇ ਨਾਲੋਂ ਜ਼ਿਆਦਾ ਹੀ ਔਖਾ ਕੁਐਸਚਨ ਹੈ। ਇਹੋ ਜਿਹੇ ਕੁਐਸਚਨਾਂ ਦੀ ਅਗਲੇ ਦਿਨਾਂ 'ਚ ਮੈਂ ਖੂਬ ਪ੍ਰੈਕਟਿਸ ਕਰਾ ਦੂੰਗਾ। ਇਸੇ ਤਰੀਕੇ ਨਾਲ ਹੁੰਦੇ ਜਾਣਗੇ ਕੁਐਸਚਨਸ ਤੇ ਥੋੜੇ ਈਜ਼ੀ ਲੱਗਣ ਲੱਗ ਜਾਣਗੇ। ਤਾਂ ਇਹ 9:24 ਮਿੰਟ ਇਹ ਸਾਡੇ ਕੁਝ ਟ੍ਰੇਨਸ ਵਾਲੇ ਕੁਐਸਚਨ ਸੀ। ਇਸ ਤੋਂ ਬਾਅਦ ਇੰਸਟਾਲਮੈਂਟ ਵਾਲੇ ਕੁਐਸਚਨ ਤੁਸੀਂ ਲਗਾਤਾਰ ਕਹਿੰਦੇ ਜਾ ਰਹੇ ਸੀਗੇ, ਤਾਂ ਅੱਜ ਦੇ ਸੈਸ਼ਨ 'ਚ ਮੈਂ ਇੰਸਟਾਲਮੈਂਟ ਦੇ ਵਿੱਚ ਸਿੰਪਲ ਇੰਟਰਸਟ ਦੀ ਇੰਸਟਾਲਮੈਂਟ ਵੀ ਕਰਵਾ ਦੂੰਗਾ ਕਿ ਕਿਵੇਂ ਕਰਨੇ ਆ, ਕੰਪਾਊਂਡ ਦੇ ਇੰਸਟਾਲਮੈਂਟ ਵੀ ਕਰਾ ਦੂੰਗਾ। ਤਾਂ ਪਹਿਲਾਂ ਇੰਸਟਾਲਮੈਂਟ ਵਾਲੇ ਸਵਾਲਾਂ 'ਚ ਦੇਖਦੇ ਆ। ਐਗਜ਼ਾਮੀਨਰ ਕਹਿੰਦਾ, ਇਹ ਸਿੰਪਲ ਇੰਟਰਸਟ ਦੀ ਇੰਸਟਾਲਮੈਂਟ ਦਾ ਕੁਐਸਚਨ ਹੈ। ਐਗਜ਼ਾਮੀਨਰ ਕਹਿੰਦਾ ਵਟ ਐਨੂਅਲ ਇੰਸਟਾਲਮੈਂਟ, ਕਿੰਨੀ ਐਨੂਅਲ ਇੰਸਟਾਲਮੈਂਟ ਹੋਊਗੀ ਵਿਲ ਡਿਸਚਾਰਜ ਡੈਟ ਆਫ ₹6450 ਡਿਊ ਇਨ 4 years at 5% ਸਿੰਪਲ ਇੰਟਰਸਟ। ਐਗਜ਼ਾਮੀਨਰ ਕਹਿੰਦਾ 6450 ਰੁਪਏ ਦਾ ਕਰਜ਼ਾ ਚੱਕਿਆ, ਉਹਦੇ ਤੇ 5% ਸਿੰਪਲ ਇੰਟਰਸਟ ਲੱਗਦਾ ਜਾਵੇ, ਤਾਂ ਆਪਾਂ ਸਾਲਾਨਾ ਕਿਸ਼ਤਾਂ ਕਿੰਨੇ ਰੁਪਏ ਵਾਲੀਆਂ ਲਾਈਏ ਕਿ ਪੂਰਾ ਕਰਜ਼ਾ ਉਤਰ ਜੇ। ਤਾਂ ਬੱਚੇ 4 ਸਾਲਾਂ ਦੇ ਵਿੱਚ ਕਰਜ਼ਾ ਲਾਉਣਾ ਆਪਾਂ,
4 ਸਾਲਾਂ 'ਚ ਕਰਜ਼ਾ ਲਾਉਣਾ ਐਨੂਅਲ ਇੰਸਟਾਲਮੈਂਟ ਤੇ, ਤਾਂ ਮਤਲਬ 4 ਕਿਸ਼ਤਾਂ ਹੋਣਗੀਆਂ, ਤਾਂ 4 ਕਿਸ਼ਤਾਂ ਹੋਣਗੀਆਂ। ਆ ਪਹਿਲੀ ਕਿਸ਼ਤ, ਆ ਦੂਜੀ ਕਿਸ਼ਤ, ਆ ਤੀਜੀ, ਆ ਚੌਥੀ। ਸਿੰਪਲ ਇੰਟਰਸਟ ਦੀ ਇੰਸਟਾਲਮੈਂਟ ਕੱਢਣ ਦਾ ਸਿੱਧਾ ਤਰੀਕਾ ਧਿਆਨ ਨਾਲ ਦੇਖੋ, ਕਿਉਂਕਿ 4 ਇੰਸਟਾਲਮੈਂਟਾਂ ਨੇ, ਤਾਂ 4 ਇੰਸਟਾਲਮੈਂਟਾਂ ਲਈ ਆਪਾਂ 4 ਥਾਵਾਂ ਥੋੜੀ ਜਿਹੀ ਖੁੱਲੀ ਥਾਂ ਬਣਾ ਲਈਏ। 4 ਇੰਸਟਾਲਮੈਂਟਾਂ ਹੋਣਗੀਆਂ ਕਿਉਂਕਿ 4 ਸਾਲਾਂ 'ਚ ਕਰਜ਼ਾ ਲਾਉਣਾ ਐਨੂਅਲ ਇੰਸਟਾਲਮੈਂਟ ਦੇ ਹਿਸਾਬ ਨਾਲ, ਤਾਂ ਆ ਪਹਿਲੀ ਇੰਸਟਾਲਮੈਂਟ ਹੋ ਗਿਆ, ਦੂਜੀ ਹੋ ਗਿਆ, ਤੀਜੀ ਹੋਊਗੀ, ਆ ਚੌਥੀ ਹੋਊਗੀ। ਤੇ ਆਪਣਾ ਕੁੱਲ ਕਰਜ਼ਾ 6450 ਰੁਪਏ ਦਾ। ਪਹਿਲੀ ਗੱਲ ਹਮੇਸ਼ਾ ਧਿਆਨ 'ਚ ਰੱਖਣੀ ਹੈ ਕਿ ਐਨੂਅਲ ਇੰਸਟਾਲਮੈਂਟ ਤੁਹਾਡੀ 100% ਦੀ ਹੋਊਗੀ। ਐਨੂਅਲ ਇੰਸਟਾਲਮੈਂਟ 100% ਹੋਊਗੀ, ਤਾਂ ਪਹਿਲੀ ਕਿਸ਼ਤ ਹੋਊਗੀ ਬੱਚੇ ਤੁਹਾਡੀ 100% ਦੀ। ਪਹਿਲੀ ਕਿਸ਼ਤ ਹੋਊਗੀ ਤੁਹਾਡੀ 100% ਦੀ। ਦੂਜੀ ਕਿਸ਼ਤ ਹੋਊਗੀ 100 ਦੇ ਉੱਤੇ 5 ਇੰਟਰਸਟ ਲੱਗੂਗਾ 105। ਤੀਜੀ ਕਿਸ਼ਤ ਹੋਊਗੀ ਤੁਹਾਡੀ 5 ਹੋਰ ਇੰਟਰਸਟ ਲੱਗ ਜੂਗਾ 110। ਚੌਥੀ ਕਿਸ਼ਤ ਹੋਊਗੀ ਤੁਹਾਡੀ 5 ਹੋਰ ਇੰਟਰਸਟ ਲੱਗ ਜੂਗਾ 115। ਤਾਂ ਤੁਹਾਡੀਆਂ 4 ਕਿਸ਼ਤਾਂ ਹੋਣੀਆਂ ਚਾਹੀਦੀਆਂ ਨੇ, ਕਿਉਂਕਿ 4 ਸਾਲਾਂ 'ਚ ਕਰਜ਼ਾ ਲਾਉਣਾ। ਐਨੂਅਲ ਇੰਸਟਾਲਮੈਂਟਾਂ 4 ਬਣੀਆਂ, ਤਾਂ 4 ਕਿਸ਼ਤਾਂ ਕਿਹੜੀਆਂ ਹੋਣਗੀਆਂ? ਪਹਿਲੀ 100%, ਫਿਰ 5% ਇੰਟਰਸਟ ਲਾਉਂਦੇ ਜਾਓ, ਤਾਂ 105, 110, 115। ਤਾਂ ਤੁਹਾਡਾ ਕੁੱਲ ਕਰਜ਼ਾ ਕਿੰਨਾ ਬਣ ਗਿਆ? 100 + 105 + 110 + 115, ਇਹ ਬਣ ਗਿਆ 430%। ਤੇ 430% ਤੁਹਾਡਾ ਕੁੱਲ ਕਰਜ਼ਾ ਕਿਹਦੇ ਬਰਾਬਰ ਹੈ? 6450 ਰੁਪਏ ਦੇ ਬਰਾਬਰ ਹੈ। ਤਾਂ ਤੁਹਾਡੀ ਹਰ ਇੱਕ ਇੰਸਟਾਲਮੈਂਟ ਕਿੰਨੇ ਦੀ ਆ ਜੂਗੀ? ਹਰ ਇੱਕ ਇੰਸਟਾਲਮੈਂਟ ਆ ਜੂਗੀ ਤੁਹਾਡੀ 100%। ਤਾਂ 100% ਦੀ ਵੈਲਿਊ ਨਿਕਲ ਆਊਗੀ, ਤੁਹਾਡਾ ਕਰਜ਼ਾ ਨਿਕਲ ਆਊਗਾ। ਬੱਚੇ ਜੇ 430% 6450 ਹੈ, ਤਾਂ 1% ਦੀ ਵੈਲਿਊ ਡਿਵਾਈਡ ਬਾਈ 43 ਕਰਕੇ ਆ ਗਿਆ, ਡਿਵਾਈਡ ਬਾਈ 43 ਕਰਕੇ 15 ਆ ਗਿਆ। ਸੋ 1% ਜੇ 15 ਦੇ ਬਰਾਬਰ ਹੈ ਤਾਂ 100% ਵਿਲ ਵੀ 1500। ਤਾਂ ਤੁਹਾਡੀ ਹਰ ਇੱਕ ਕਿਸ਼ਤ 1500 ਰੁਪਏ ਦੀ ਹੋਊਗੀ। ਸਿੰਪਲ ਇੰਟਰਸਟ ਦੀ ਇੰਸਟਾਲਮੈਂਟ ਦਾ ਜਿਹੜਾ ਮਰਜ਼ੀ ਸਵਾਲ ਆ ਜੇ, ਕਦੇ ਸਾਨੂੰ ਇੰਸਟਾਲਮੈਂਟ ਦਿੱਤੀ ਹੈ ਕੁੱਲ ਕਰਜ਼ਾ ਪੁੱਛਿਆ ਹੁੰਦਾ, ਕਦੇ ਸਾਨੂੰ ਕਰਜ਼ਾ ਦੱਸੇ ਇੰਸਟਾਲਮੈਂਟ ਪੁੱਛੀਏ। ਸਿੰਪਲ ਇੰਟਰਸਟ ਦੀ ਇੰਸਟਾਲਮੈਂਟ ਹਮੇਸ਼ਾ ਇਸ ਤਰ੍ਹਾਂ ਹੋਊਗੀ, ਇਹ ਤੋਂ ਸੌਖਾ ਕੁਝ ਨਹੀਂ ਬਣਦਾ। ਆ ਤੁਹਾਡੀਆਂ 4 ਇੰਸਟਾਲਮੈਂਟਾਂ ਕਿਵੇਂ ਬਣਨਗੀਆਂ? ਉਹਦਾ ਕੁੱਲ ਜੋੜ ਤੁਹਾਡਾ ਕਰਜ਼ਾ ਹੋ ਗਿਆ, ਉਹਦੇ ਬਰਾਬਰ ਪੁੱਟ ਕਰਤਾ, ਤੇ ਹਰ ਇੱਕ ਇੰਸਟਾਲਮੈਂਟ 100% ਦੀ ਹੋਗੀ। ਈਚ ਇੰਸਟਾਲਮੈਂਟ ਕੱਢਣ ਦੇ ਲਈ 100% ਦੀ ਵੈਲਿਊ ਨਿਕਲ ਆਊਗੀ। ਸਿੰਪਲ ਇੰਟਰਸਟ ਦੀ ਇੰਸਟਾਲਮੈਂਟ ਅੱਜ ਤੋਂ ਬਾਅਦ ਹਮੇਸ਼ਾ ਇਸ ਤਰ੍ਹਾਂ ਕਰਨੀ ਹੈ। ਕੰਪਾਊਂਡ ਦੀ ਇੰਸਟਾਲਮੈਂਟ ਤਾਂ ਮੈਂ ਮਾੜੀ ਮੋਟੀ ਪਹਿਲਾਂ ਵੀ ਕਰਾਈ ਹੋਈ ਹੈ, ਧਿਆਨ ਨਾਲ ਦੇਖੋ। ਐਗਜ਼ਾਮੀਨਰ ਕਹਿੰਦਾ ਅ ਲੋਨ ਹੈਜ਼ ਟੂ ਬੀ ਰਿਟਰਨਡ ਇਨ 2 ਇਕੁਅਲ ਈਅਰਲੀ ਇੰਸਟਾਲਮੈਂਟਸ। ਆਪਾਂ ਇੱਕ ਕਰਜ਼ਾ ਲਾਉਣਾ 2 ਇਕੁਅਲ ਈਅਰਲੀ ਇੰਸਟਾਲਮੈਂਟਸ ਦੇ ਵਿੱਚ, ਈਚ ਆਫ ₹44100। ਇੰਸਟਾਲਮੈਂਟ ਦਿੱਤੀ ਹੋਈ ਹੈ 44100। ਉਹ ਕਹਿੰਦੇ ਇਫ ਦਾ ਰੇਟ ਆਫ ਇੰਟਰਸਟ ਇਜ਼ 5% ਪਰ ਐਨਮ ਕੰਪਾਊਂਡ ਇੰਟਰਸਟ ਕੰਪਾਊਂਡਡ ਐਨੂਅਲੀ ਦੈਨ ਦਾ ਟੋਟਲ ਇੰਟਰਸਟ ਪੇਡ ਇਜ਼। ਆਪਾਂ ਇਸ ਕੁਐਸਚਨ 'ਚ ਇੰਟਰਸਟ ਫਾਈਂਡ ਕਰਨਾ ਬੱਚੇ। ਆਪਾਂ ਇਸ ਕੁਐਸਚਨ ਦੇ ਵਿੱਚ ਵਿਆਜ ਨਹੀਂ ਕੱਢਣਾ, ਆਪਾਂ ਇਸ ਕੁਐਸਚਨ ਦੇ ਵਿੱਚ ਕਰਜ਼ਾ ਨਹੀਂ ਦੱਸਣਾ ਜਾਂ ਇੰਸਟਾਲਮੈਂਟ ਨਹੀਂ ਦੱਸਣੀ। ਆਪਾਂ ਦੱਸਣਾ ਕਿ ਭਾਈ ਜਿਹੜਾ ਵੀ ਕਰਜ਼ਾ ਚੱਕਿਆ ਉਹਨੂੰ 2 ਐਨੂਅਲ ਇੰਸਟਾਲਮੈਂਟਸ ਦੇ ਵਿੱਚ ਲਾਹਿਆ ਹੈ, ਤਾਂ ਕਿੰਨਾ ਵਿਆਜ ਦਿੱਤਾ ਹੈਗਾ, ਕਿੰਨਾ ਫਾਲਤੂ ਪੈਸਾ ਦਿੱਤਾ ਹੈਗਾ, ਇਹ ਦੱਸਣਾ ਹੈਗਾ। ਤਾਂ ਬੱਚੇ ਕੰਪਾਊਂਡ ਦੀ ਇੰਸਟਾਲਮੈਂਟ ਹਮੇਸ਼ਾ ਦੇਖੋ ਕਿਵੇਂ ਹੋਊਗੀ। ਤਾਂ ਆ ਪਹਿਲਾ ਸਾਲ ਹੋ ਗਿਆ, ਆ ਦੂਜਾ ਸਾਲ ਹੋ ਗਿਆ। ਰੇਟ ਆਫ ਇੰਟਰਸਟ ਤੁਹਾਡਾ ਕਿੰਨਾ? 5%। ਬੱਚੇ 5% ਦੀ ਫ੍ਰੈਕਸ਼ਨ 1/20 ਹੁੰਦੀ ਆ। 1/20 ਦਾ ਮਤਲਬ 20 ਦੇ ਉੱਤੇ ਇੱਕ ਇੰਟਰਸਟ ਲੱਗਿਆ। 1/20 ਦਾ ਮਤਲਬ 20 ਰੁਪਏ ਦੇ ਉੱਤੇ ਇੱਕ ਇੰਟਰਸਟ ਲੱਗਿਆ। ਤਾਂ 1 ਸਾਲ ਦੇ ਵਿੱਚ ਤਾਂ ਤੁਹਾਡਾ ਪੈਸਾ ਕੀ ਬਣ ਜੂਗਾ? 20 ਤੋਂ 21 ਹੋ ਜੂਗਾ। 1 ਸਾਲ 'ਚ ਤੁਹਾਡਾ ਪੈਸਾ ਕੀ ਹੋ ਗਿਆ? 20 ਤੋਂ 21। ਤੇ ਬੱਚੇ 2 ਸਾਲਾਂ 'ਚ ਕੀ ਹੋ ਜੂਗਾ? 20 ਸਕੁਆਇਰ ਤੋਂ 21 ਸਕੁਆਇਰ। ਇਹ ਹਮੇਸ਼ਾ ਯਾਦ ਰੱਖਣਾ ਹੈਗਾ। ਜੇ ਤੁਸੀਂ ਇੱਕ ਇੰਸਟਾਲਮੈਂਟ ਦੇਖਣੀ ਹੈ 1 ਸਾਲ 'ਚ ਕੰਪਾਊਂਡ ਇੰਟਰਸਟ ਲੱਗਦਾ ਹੋਇਆ ਪੈਸਾ ਕੀ ਬਣ ਜੂ? ਉਹ ਤਾਂ ਹੋ ਗਿਆ 20 ਦੇ ਉੱਤੇ ਇੱਕ ਇੰਟਰਸਟ ਤੋਂ 20 ਤੋਂ 21। ਤੇ ਜੇ 2 ਸਾਲਾਂ 'ਚ ਦੇਖਣਾ ਤਾਂ ਉਹ 400 ਤੋਂ 441 ਹੋ ਜੂ, 20 ਸਕੁਆਇਰ ਤੇ 21 ਸਕੁਆਇਰ। ਪਰ ਇਹ ਸਾਡੀ ਇੰਸਟਾਲਮੈਂਟ ਹੈ, ਇਹ ਸਾਡੀ ਇੰਸਟਾਲਮੈਂਟ ਹੈ ਜੋ ਕਿ ਸੇਮ ਹੈ, ਇਕੁਅਲ ਈਅਰਲੀ ਇੰਸਟਾਲਮੈਂਟਸ। ਇਹ ਇੰਸਟਾਲਮੈਂਟ ਸੇਮ ਹੈ ਤਾਂ ਇਹਦਾ ਮਤਲਬ ਤੁਸੀਂ 21 ਵਾਲੀ ਵੈਲਿਊ ਨੂੰ ਸੇਮ ਕਰਨਾ। 21 ਵਾਲੀ ਵੈਲਿਊ ਸੇਮ ਕਰਨੀ ਹੈ ਤਾਂ ਇੱਥੇ 21 ਹੈ, ਇੱਥੇ 441 ਹੈ, ਦੋਨੇ ਇੰਸਟਾਲਮੈਂਟਾਂ ਸੇਮ ਨੇ, ਤਾਂ ਇਹ ਵੈਲਿਊਜ਼ ਸੇਮ ਕਰੋ। ਤਾਂ 21 ਤੇ 441 ਦਾ ਐਲਸੀਐਮ 441 ਆ ਗਿਆ। ਇਹ 441 ਬਣੂਗਾ 1 ਗੁਣਾ ਕਰਕੇ, ਇਹ 441 ਬਣੂਗਾ 21 ਗੁਣਾ ਕਰਕੇ, ਕਿਉਂਕਿ 21 ਗੁਣਾ 21 441 ਹੋ ਜਾਊਗਾ। ਤਾਂ ਬੱਚੇ ਤੁਹਾਡਾ ਵਾਹਿਗੁਰੂ, ਤੁਹਾਡਾ ਇਹ ਕੇਸ ਕੀ ਬਣ ਜੂਗਾ? ਪਹਿਲੀ ਦੂਜੀ ਨੂੰ ਤਾਂ 1 ਗੁਣਾ ਕਰਨਾ ਤਾਂ ਇਹੀ ਰਹਿ ਜੂਗਾ। ਪਹਿਲੀ ਨੂੰ 441 ਗੁਣਾ ਕਰਨਾ ਹੈ, 441 ਇੰਸਟਾਲਮੈਂਟ ਬਣਾਉਣੀ ਹੈ ਤਾਂ 21 ਗੁਣਾ ਕਰਨਾ ਹੈ। ਤਾਂ 21 ਗੁਣਾ ਕਰਕੇ ਇਹ ਹੋ ਗਿਆ ਤੁਹਾਡਾ 420 ਤੇ ਇਹ ਹੋ ਗਿਆ ਤੁਹਾਡਾ 441।
ਤਾਂ ਆ ਤੁਹਾਡੀਆਂ ਦੋਨੇ ਇੰਸਟਾਲਮੈਂਟਾਂ ਬਰਾਬਰ ਹੋ ਗਏ 441 441 ਦੀਆਂ। ਤਾਂ ਤੁਸੀਂ ਪੈਸਾ ਚੱਕਿਆ ਕਿੰਨਾ ਸੀਗਾ 420 ਤੇ 400 820। ਤੁਸੀਂ ਪੈਸਾ ਮੋੜਿਆ ਕਿੰਨਾ ਇੰਸਟਾਲਮੈਂਟਾਂ 'ਚ 882। ਐਗਜ਼ਾਮੀਨਰ ਨੇ ਕੀ ਪੁੱਛਿਆ? ਐਗਜ਼ਾਮੀਨਰ ਕਹਿੰਦਾ ਇੰਟਰਸਟ ਕਿੰਨਾ ਦਿੱਤਾ। ਤਾਂ ਬੱਚੇ ਇੰਟਰਸਟ ਕਿੰਨਾ ਦਿੱਤਾ 62 ਰੁਪਏ ਦਾ। ਆ ਫालतू ਪੈਸਾ ਇੰਟਰਸਟ ਦਿੱਤਾ, ਇਹਦੀ ਵੈਲਿਊ ਕੱਢਣੀ ਹੈ। ਹੁਣ ਸਾਨੂੰ ਵੈਲਿਊ ਦਿੱਤੀ ਹੈ ਈਚ ਇੰਸਟਾਲਮੈਂਟ 441,000 441,000। ਰੇਸ਼ੀਓ ਚ ਈਚ ਇੰਸਟਾਲਮੈਂਟ ਆਈ 441, ਜਿਹਦੀ ਵੈਲਿਊ ਕਿੰਨੀ ਹੈ 441,000। ਤਾਂ 100 ਗੁਣਾ ਕਰਕੇ ਆਂਸਰ ਆ ਰਿਹਾ ਹੈ। ਤਾਂ 62 ਰੁਪਏ ਦਾ ਇੰਟਰਸਟ, ਆਂਸਰ ਕਿੰਨਾ ਹੋ ਜਾਊਗਾ 6200 ਰੁਪਏ। 100 ਗੁਣਾ ਕਰਕੇ ਸਾਡਾ ਆਂਸਰ ਆ ਜਾਊਗਾ ਸੀ ਆਪਸ਼ਨ 6200 ਰੁਪਏ। ਤਾਂ ਕੰਪਾਊਂਡ ਇੰਟਰਸਟ ਦੀ ਇੰਸਟਾਲਮੈਂਟ ਹਮੇਸ਼ਾ ਇਸ ਤਰ੍ਹਾਂ, ਜੇ ਐਗਜ਼ਾਮੀਨਰ ਨੇ ਕਰਜ਼ਾ ਪੁੱਛਿਆ ਹੁੰਦਾ ਵੀ ਲੋਨ ਕਿੰਨੇ ਦਾ ਚੱਕਿਆ ਸੀ ਤਾਂ 820 ਦੀ ਵੈਲਿਊ ਕੱਢ ਲੈਂਦੇ 100 ਗੁਣਾ ਕਰਕੇ 82,000। ਜੇ ਐਗਜ਼ਾਮੀਨਰ ਨੇ ਪੁੱਛਿਆ ਕਿ ਕਰਜ਼ਾ ਦਾ ਇੰਟਰਸਟ ਕਿੰਨਾ ਦਿੱਤਾ ਤਾਂ ਜਿੰਨਾ ਫालतू ਪੈਸਾ ਉਹ ਇੰਟਰਸਟ ਦਿੱਤਾ 62, 100 ਗੁਣਾ ਕਰਕੇ 6200। 100 ਗੁਣਾ ਕਿਉਂ ਕੀਤਾ? ਕਿਉਂਕਿ ਹਰ ਇੱਕ ਇੰਸਟਾਲਮੈਂਟ ਸਾਡੀ 441 ਦੀ ਬਣਦੀ ਹੈ, ਜਿਹਦੀ ਵੈਲਿਊ 441 100 ਗੁਣਾ ਕਰਕੇ 441,000 ਦਿੱਤੀ ਹੈ। ਸੋ ਜੇ ਆ 100 ਗੁਣਾ ਤਾਂ ਹਰ ਇੱਕ ਚੀਜ਼ 100 ਗੁਣਾ, ਜੋ ਪੁੱਛਿਆ ਆਂਸਰ ਆ ਜਾਊਗਾ। ਇਹਦੇ ਨਾਲ ਦਾ ਇੰਸਟਾਲਮੈਂਟ ਵਾਲਾ ਕੁਐਸਚਨ ਦੇਖੋ ਬੱਚੇ ਕੀ ਹੈ। ਐਗਜ਼ਾਮੀਨਰ ਕਹਿੰਦਾ ਅ ਸਮ ਆਫ ਰੁਪੀਜ਼ X was borrowed, X ਰੁਪਏ ਉਧਾਰੇ ਚੱਕੇ ਗਏ and paid back in 2 equal yearly installments each of rupees 35,280। ਤਾਂ 35,280 ਰੁਪਏ ਇੱਕ ਇੰਸਟਾਲਮੈਂਟ ਹੈ, ਬਰਾਬਰ ਦੋ ਇੰਸਟਾਲਮੈਂਟਾਂ ਬਣੀਆਂ ਨੇ ਪਰ ਇੱਕ ਇੰਸਟਾਲਮੈਂਟ 35,280 ਦੀ ਹੈ। ਉਹ ਕਹਿੰਦੇ if the rate of interest was 5% per annum compounded annually then the value of X is, ਪੈਸੇ ਕਿੰਨੇ ਉਧਾਰੇ ਚੱਕੇ ਗਏ ਸੀ। ਤਾਂ ਪੈਸੇ ਕਿੰਨੇ ਉਧਾਰੇ ਚੱਕੇ ਗਏ ਸੀ ਮਤਲਬ ਆਪਾਂ ਜੋ ਇੱਥੇ 820 ਆਇਆ ਉਹਦੀ ਵੈਲਿਊ ਕੱਢਣੀ ਹੈ। ਤਾਂ ਧਿਆਨ ਨਾਲ ਦੇਖੋ ਬੱਚੇ, 5% ਦੀ ਫ੍ਰੈਕਸ਼ਨ ਤਾਂ ਉਹੀ ਬਣੂਗੀ ਤੁਹਾਡੀ, 5% ਹੁੰਦਾ 1/20। ਤਾਂ 1/20 ਦਾ ਮਤਲਬ 20 ਦੇ ਉੱਤੇ ਇੱਕ ਇੰਟਰਸਟ। ਤਾਂ ਪਹਿਲੇ ਸਾਲ 'ਚ ਪੈਸਾ ਤੁਹਾਡਾ 20 ਤੋਂ 21 ਹੋ ਗਿਆ, ਦੂਜੇ ਸਾਲ 'ਚ ਪੈਸਾ ਤੁਹਾਡਾ 20 ਸਕੁਅਰ ਤੋਂ 21 ਸਕੁਅਰ ਹੋ ਗਿਆ। ਪਰ ਤੁਹਾਡੀਆਂ ਦੋਨੇ ਇੰਸਟਾਲਮੈਂਟਾਂ ਬਰਾਬਰ ਹੋਣੀਆਂ ਚਾਹੀਦੀਆਂ ਨੇ। ਤਾਂ ਇਹਨੂੰ ਦੋਨਾਂ ਨੂੰ 441 ਬਣਾਓ, ਇਹ ਆਲਰੇਡੀ 441 ਹੈ, ਇਹਨੂੰ 441 ਬਣਾਉਣ ਲਈ 21 ਗੁਣਾ। ਤਾਂ 441 ਬਣਾਉਣ ਲਈ 21 ਗੁਣਾ ਕੀਤਾ ਤਾਂ ਬਿਲਕੁਲ ਪਿਛਲੇ ਕੁਐਸਚਨ ਵਾਲੀ ਗੱਲ ਸੇਮ ਹੋ ਰਹੀ ਹੈ। 21 ਗੁਣਾ ਕਰਕੇ 420 ਆ ਜਾਊਗਾ। ਇਹ ਆ ਗਿਆ 21 ਗੁਣਾ ਕਰਕੇ 420, ਇਹ ਆ ਗਿਆ 21 ਗੁਣਾ ਕਰਕੇ 441। ਤਾਂ ਐਗਜ਼ਾਮੀਨਰ ਨੇ ਕਿਹਾ ਈਚ ਇੰਸਟਾਲਮੈਂਟ 35,280 ਦੀ ਹੈ। ਤਾਂ ਰੇਸ਼ੀਓ ਚ ਈਚ ਇੰਸਟਾਲਮੈਂਟ 441, ਜਿਹਦੀ ਵੈਲਿਊ ਕੀ ਹੈ 35,280। ਤੇ ਪੁੱਛਿਆ ਕਿ ਐਗਜ਼ਾਮੀਨਰ ਨੇ ਪੈਸਾ ਉਧਾਰਾ ਕਿੰਨਾ ਚੱਕਿਆ ਗਿਆ। ਤਾਂ ਪੈਸਾ ਉਧਾਰਾ ਚੱਕਿਆ ਗਿਆ ਤੁਹਾਡਾ 820। ਤਾਂ ਆਪਾਂ 820 ਦੀ ਵੈਲਿਊ ਕੱਢਣੀ ਹੈ। ਸੋ ਜੇ 441 ਦੀ ਵੈਲਿਊ 35,220 ਹੈ ਤਾਂ 1 ਦੀ ਵੈਲਿਊ ਕਿੰਨੀ ਹੋਗੀ ਡਿਵਾਈਡ ਬਾਈ 441। ਡਿਵਾਈਡ ਬਾਈ 441 ਕੀਤਾ ਤਾਂ 21 ਦੇ ਟੇਬਲ 'ਚ ਬੱਚੇ 21 ਦੇ ਟੇਬਲ 'ਚ ਕਿੰਨਾ ਆ ਗਿਆ 21। ਇਹ ਤਾਂ 21 ਦੇ ਟੇਬਲ 'ਚ 21 ਆ ਗਿਆ ਕਿਉਂਕਿ 21 ਦਾ ਸਕੁਅਰ ਹੈ। ਇਹ 21 ਦੇ ਟੇਬਲ 'ਚ 1, 35 ਚੋਂ 1 ਨਿਕਲੇ 14, 14 ਦੇ ਨਾਲ 2 ਲੱਗ ਗਿਆ 142। 21 ਦੇ ਟੇਬਲ 'ਚ 6, 126, 142 ਚੋਂ 26 ਨਿਕਲੇ 16, 16 ਦੇ ਨਾਲ 8 ਲੱਗ ਗਿਆ 168। 21 ਗੁਣਾ 8 168, ਪਿੱਛੇ 0। ਤਾਂ ਆ ਵੀ 21 ਕੱਟਿਆ ਗਿਆ 80। ਤਾਂ ਬੱਚੇ 1 ਦੀ ਵੈਲਿਊ 80 ਆ ਗਈ। ਤਾਂ 820 ਦੀ ਵੈਲਿਊ ਕੀ ਹੋ ਜੂਗੀ ਤੁਹਾਡੀ 820 ਗੁਣਾ 80। ਤਾਂ ਆਂਸਰ ਆ ਜੂ ਤੁਹਾਡਾ 820 ਗੁਣਾ 80 00। 82 ਗੁਣਾ 8 ਹੋ ਗਿਆ 640 ਤੇ 656 65600। ਤਾਂ ਇਸ ਕੁਐਸਚਨ ਆਂਸਰ ਤੁਹਾਡਾ ਬੱਚੇ ਸੈਕਿੰਡ ਆਪਸ਼ਨ ਆ ਜਾਊਗਾ 65600। ਸਿੱਧਾ ਆਂਸਰ। ਕੰਪਾਊਂਡ ਇੰਟਰਸਟ ਦੀ ਜਿਹੜੀ ਇੰਸਟਾਲਮੈਂਟ ਬਣੂਗੀ ਉਹਨੂੰ ਕਿਵੇਂ ਕੈਲਕੂਲੇਟ ਕਰਨਾ ਹੈ ਹਮੇਸ਼ਾ ਧਿਆਨ 'ਚ ਰੱਖਣਾ ਹੈ। 1 ਸਾਲ 'ਚ ਇੰਨਾ, 2 ਸਾਲਾਂ 'ਚ ਇੰਨਾ, ਪਰ ਇੰਸਟਾਲਮੈਂਟ ਬਰਾਬਰ ਕਰਨੀ ਹੈ। ਇੰਸਟਾਲਮੈਂਟ ਬਰਾਬਰ ਕਰਨੀ ਹੈ ਤਾਂ ਐਲਸੀਐਮ ਲੈ ਕੇ ਇਹ ਮੈਂ ਤੁਹਾਨੂੰ ਮੇਰੇ ਖਿਆਲ 'ਚ ਪਹਿਲਾਂ ਵੀ YouTube ਤੇ 2-4 ਵਾਰ ਦੱਸਿਆ ਹੋਇਆ। ਕੰਪਾਊਂਡ ਦੇ ਇੰਸਟਾਲਮੈਂਟ ਦਾ ਹਮੇਸ਼ਾ ਧਿਆਨ ਰੱਖਣਾ ਹੈਗਾ, ਇਸ ਤਰ੍ਹਾਂ ਹੋਊਗੀ। ਤੇ ਸਿੰਪਲ ਇੰਟਰਸਟ ਦੀ ਇੰਸਟਾਲਮੈਂਟ ਮੈਂ ਪਹਿਲੀ ਵਾਰ ਦੱਸੀ ਹੈ ਮੇਰੇ ਖਿਆਲ 'ਚ, ਉਹਦਾ ਵੀ ਧਿਆਨ ਰੱਖਣਾ ਕਿ ਜੇ ਸਿੰਪਲ ਇੰਟਰਸਟ ਦੀ ਇੰਸਟਾਲਮੈਂਟ ਦੇ ਉੱਤੇ ਕੁਐਸਚਨ ਆ ਜਾਏ, ਚਾਹੇ 4 ਇੰਸਟਾਲਮੈਂਟ ਆ, ਚਾਹੇ ਮੇਰੇ ਵੱਲੋਂ 7 ਜਾਂ 8 ਇੰਸਟਾਲਮੈਂਟ ਆ, 100% ਤੋਂ ਸ਼ੁਰੂ ਕਰਕੇ ਜਿੰਨਾ ਵੀ ਰੇਟ ਆਫ ਇੰਟਰਸਟ ਹੈ ਓਨਾ, ਫਿਰ ਹੋਰ ਓਨਾ ਜੋੜਦੇ ਜਾਓ। ਆਪਣੀ ਇੰਸਟਾਲਮੈਂਟਾਂ ਚੈੱਕ ਕਰੋ, ਉਹ ਸਾਰਾ ਜੋੜ ਕੇ ਕੁੱਲ ਕਰਜ਼ਾ, ਡੈਟ ਤੇ ਈਚ ਇੰਸਟਾਲਮੈਂਟ 100% ਦੀ ਵੈਲਿਊ ਕੱਢ ਲਓ। ਸਿੱਧਾ ਤਰੀਕਾ ਇਹ ਰੱਖਣਾ ਹੈਗਾ। ਇਹ ਤੁਹਾਡੀ ਇੰਸਟਾਲਮੈਂਟਸ ਹੋ ਗਈਆਂ। ਇਸ ਤੋਂ ਬਾਅਦ ਸਾਡੇ ਕੁਝ ਕੁਐਸਚਨਸ ਰੇਸ਼ੀਓ ਐਂਡ ਪ੍ਰਪੋਰਸ਼ਨ ਦੇ, ਜਿਹਦੇ ਵਿੱਚੋਂ 1-2 ਕੁਐਸਚਨ ਦੇਖੇ ਵੀ ਹੋ ਸਕਦੇ ਆ ਤੁਸੀਂ। ਅਖੀਰ ਤੇ ਪਾਰਟਨਰਸ਼ਿਪ ਦੇ ਥੋੜੇ ਜਿਹੇ ਇੰਟਰਸਟਿੰਗ ਕੁਐਸਚਨਸ ਨੇਗੇ। ਤਾਂ ਰੇਸ਼ੀਓ ਵਾਲੇ ਕੁਐਸਚਨਸ ਦੇਖੋ ਬੱਚੇ ਕੀ ਨੇ। ਐਗਜ਼ਾਮੀਨਰ ਕਹਿੰਦਾ देयर आर 3 ਕੰਟੇਨਰਸ ਆਫ ਇਕੁਅਲ ਕੈਪੈਸਿਟੀ। ਇੰਨੀ ਗੱਲ ਪੜ੍ਹ ਕੇ ਸਾਰੇ ਬੱਚਿਆਂ ਦੇ ਦਿਮਾਗ 'ਚ ਆ ਗਿਆ ਹੋਊਗਾ ਵੀ ਇਹ ਕਿਹੋ ਜਿਹੇ ਕੁਐਸਚਨ ਨੇ ਕੀਤੇ ਹੋਏ ਨੇ। ਕਹਿੰਦੇ 3 ਕੰਟੇਨਰ ਨੇ ਸੇਮ ਕੈਪੈਸਿਟੀ ਦੇ। ਦ ਰੇਸ਼ੀਓ ਆਫ ਐਸਿਡ ਐਂਡ ਵਾਟਰ ਇਨ ਦਾ ਫਸਟ ਕੰਟੇਨਰ ਇਜ਼ 3:2। ਪਹਿਲੇ ਕੰਟੇਨਰ 'ਚ 3 ਕੰਟੇਨਰ ਸੇਮ ਕੈਪੈਸਿਟੀ ਦੇ ਨੇ। ਸੇਮ ਕੈਪੈਸਿਟੀ ਦਾ ਮਤਲਬ
ਸੇਮ ਕਪੈਸਿਟੀ ਦਾ ਮਤਲਬ ਉਹਨਾਂ ਦਾ ਟੋਟਲ ਸੇਮ ਹੈ, ਤੇ ਜੇ ਉਹਨਾਂ ਦਾ ਟੋਟਲ ਅਸਲ 'ਚ ਸੇਮ ਹੈ ਮਤਲਬ ਲੀਟਰਾਂ ਦੇ ਵਿੱਚ ਸੇਮ ਹੈ, ਤਾਂ ਬਸ ਸਿੱਧੀ ਜੀ ਗੱਲ ਹੈ ਕਿ ਉਹਨਾਂ ਦਾ ਟੋਟਲ ਰੇਸ਼ੋ 'ਚ ਵੀ ਸੇਮ ਹੋਣਾ ਚਾਹੀਦਾ। ਗੱਲ ਇੱਥੇ ਆ ਕੇ ਖੜੂਗੀ। ਉਹ ਕਹਿੰਦੇ ਤਿੰਨਾਂ 'ਚ ਐਸਿਡ ਤੇ ਵਾਟਰ ਹੈ, ਪਹਿਲੇ 'ਚ ਐਸਿਡ ਤੇ ਵਾਟਰ 3:2 'ਚ ਹੈ, ਦੂਜੇ ਕੰਟੇਨਰ 'ਚ ਐਸਿਡ ਤੇ ਵਾਟਰ 7:3 'ਚ ਹੈ, ਤੀਜੇ ਕੰਟੇਨਰ 'ਚ ਐਸਿਡ ਤੇ ਵਾਟਰ 11:4 'ਚ ਹੈ। ਉਹ ਕਹਿੰਦੇ ਜੇ ਤਿੰਨਾਂ ਕੰਟੇਨਰਾਂ 'ਚ ਜਿਹੜਾ ਐਸਿਡ ਤੇ ਵਾਟਰ ਦਾ ਮਿਕਸਚਰ ਹੈ ਉਹਨੂੰ ਇੱਕ ਵੱਡੇ ਭਾਂਡੇ 'ਚ ਪਾ ਲਈਏ, ਇੱਕ ਵੱਡੇ ਕੰਟੇਨਰ 'ਚ ਪਾ ਲਈਏ, ਆਰ ਮਿਕਸਡ ਟੁਗੇਦਰ, ਤਾਂ ਦੱਸੋ ਫਿਰ ਸਾਡੇ ਕੋਲ ਐਸਿਡ ਤੇ ਵਾਟਰ ਦਾ ਰੇਸ਼ੋ ਕੀ ਬਣ ਜਾਊਗਾ, ਉਹ ਦੱਸਣਾ ਹੈ। ਤਾਂ ਬੱਚੇ ਸਾਡੇ ਕੋਲ 3 ਕੰਟੇਨਰ ਨੇ, ਤਿੰਨਾਂ ਕੰਟੇਨਰਾਂ ਦੇ ਵਿੱਚ ਸਾਡੇ ਕੋਲ ਕੀ ਹੈ, ਐਸਿਡ ਤੇ ਵਾਟਰ। ਪਹਿਲੇ 'ਚ ਕਿਹੜੀ ਰੇਸ਼ੋ 'ਚ ਹੈ, 3:2 'ਚ, ਦੂਜੇ 'ਚ ਕਿਹੜੀ ਰੇਸ਼ੋ 'ਚ ਹੈ, 7:3 'ਚ, ਤੀਜੇ ਕੰਟੇਨਰ 'ਚ ਕਿਹੜੀ ਰੇਸ਼ੋ 'ਚ ਹੈ, 11:4 ਦੇ ਵਿੱਚ ਹੈ। ਪਰ ਉਹ ਕਹਿੰਦਾ ਵੀ ਤਿੰਨਾਂ ਕੰਟੇਨਰਾਂ ਦੀ ਤਾਂ ਕਪੈਸਿਟੀ ਸੇਮ ਹੈ, ਆਰ 3 ਕੰਟੇਨਰਸ ਆਰ ਆਫ ਇਕੁਅਲ ਕਪੈਸਿਟੀ। ਇਕੁਅਲ ਕਪੈਸਿਟੀ ਦਾ ਮਤਲਬ ਉਹਨਾਂ ਦਾ ਟੋਟਲ ਸੇਮ ਹੈ, ਤੇ ਜੇ ਉਹਨਾਂ ਦਾ ਟੋਟਲ ਅਸਲ 'ਚ ਸੇਮ ਹੈ ਅਸੀਂ ਉਹਨੂੰ ਰੇਸ਼ੋ 'ਚ ਵੀ ਸੇਮ ਕਰਨਾ ਹੈ। ਤਾਂ ਰੇਸ਼ੋ 'ਚ ਟੋਟਲ ਦੇਖੋ ਜੀ ਇਹਨਾਂ ਦਾ ਕੀ ਹੈ, ਰੇਸ਼ੋ 'ਚ 3 ਤੇ 2 ਦਾ ਟੋਟਲ ਹੈ 5, 7 ਤੇ 3 ਦਾ ਟੋਟਲ ਹੈ 10, 11 ਤੇ 4 ਦਾ ਟੋਟਲ ਹੈ 15। ਪਰ ਆਹ ਟੋਟਲ ਤਾਂ ਸੇਮ ਹੋਣਾ ਚਾਹੀਦਾ, ਤਾਂ ਜਿਹੜਾ ਇਹ ਟੋਟਲ ਸੇਮ ਹੋਣਾ ਚਾਹੀਦਾ ਹੈ ਇਹਨੂੰ ਤੁਸੀਂ ਰੇਸ਼ੋ 'ਚ ਵੀ ਸੇਮ ਕਰਨਾ ਹੈ, ਤੇ ਰੇਸ਼ੋ 'ਚ ਸੇਮ ਕਰਨ ਲਈ ਐਲਸੀਐਮ ਲੈਣਾ। ਤਾਂ 5, 10, 15 ਦਾ ਐਲਸੀਐਮ ਬੱਚੇ 30 ਆ ਗਿਆ। ਤਾਂ ਸਾਰਿਆਂ ਨੂੰ 30 ਬਣਾਓ, ਇਹ 30 ਬਣੂਗਾ 6 ਗੁਣਾ ਕਰਕੇ, ਇਹ 30 ਬਣੂਗਾ 3 ਗੁਣਾ ਕਰਕੇ, ਤੇ ਇਹ 30 ਬਣੂਗਾ 2 ਗੁਣਾ ਕਰਕੇ। ਬੱਚੇ ਆਹ ਮੈਂ 5, 10, 15 ਇਸ ਕਰਕੇ ਕੱਟਤੇ ਕਿ ਕੁਝ ਸਟੂਡੈਂਟਸ ਗਲਤ ਕਰ ਜਾਂਦੇ ਨੇ, 5 ਨੂੰ ਵੀ ਮਲਟੀਪਲਾਈ ਕਰ ਜਾਂਦੇ ਨੇ। ਆਪਾਂ 5, 10, 15 ਤੋਂ ਕੁਝ ਨਹੀਂ ਲੈਣਾ, 5, 10, 15 ਨੂੰ ਤਾਂ ਬਸ ਬਰਾਬਰ ਕਰਨਾ, ਤੇ ਬਰਾਬਰ ਐਲਸੀਐਮ ਲੈ ਕੇ ਕਰਾਂਗੇ, ਉਹ 30 ਆ ਜਾਊਗਾ। ਤਾਂ ਸਭ ਨੂੰ 30 ਬਣਾਉਣਾ, ਤਾਂ ਮੈਂ 5 ਕੱਟਤਾ, ਸਿਰਫ 6 ਗੁਣਾ ਕਰਨਾ। ਤਾਂ 6 ਗੁਣਾ ਕਰਕੇ ਪੂਰੀ ਰੇਸ਼ੋ 6 ਗੁਣਾ ਹੋ ਜੂਗੀ। ਇਹ ਹੋ ਗਿਆ 18 ਤੇ 12, ਇਹ ਪੂਰੀ ਰੇਸ਼ੋ 3 ਗੁਣਾ ਹੋ ਜੂਗੀ, 21 ਤੇ 9, ਇੱਧਰ ਹੋ ਗਿਆ 21, ਇੱਧਰ ਹੋ ਗਿਆ 9, ਇਹ ਪੂਰੀ ਰੇਸ਼ੋ 2 ਗੁਣਾ ਹੋ ਜੂਗੀ, ਇਹ ਹੋ ਗਿਆ 22 ਤੇ 8। ਤਾਂ ਜਦੋਂ ਤੁਸੀਂ ਟੋਟਲ ਸੇਮ ਕਰ ਲਏ, ਰੇਸ਼ੋ ਦੇਖੋ 18 ਤੇ 12 ਦੀ ਵੀ 3:2 ਹੀ ਹੈ, ਰੇਸ਼ੋ ਉਹੀ ਹੈ, ਟੋਟਲ 18 ਤੇ 12 ਦਾ ਵੀ 30 ਬਣ ਗਿਆ, 21 ਤੇ 9 ਦਾ ਵੀ 30 ਬਣ ਗਿਆ, 22 ਤੇ 8 ਦਾ ਵੀ 30 ਬਣ ਗਿਆ। ਟੋਟਲ ਸੇਮ ਕਰ ਲਏ ਕਿਉਂਕਿ ਉਹਨਾਂ ਦੀ ਇਕੁਅਲ ਕਪੈਸਿਟੀ ਹੈ। ਤਾਂ ਹੁਣ ਓਵਰਆਲ ਸਾਡੇ ਕੋਲ ਕਿੰਨਾ ਐਸਿਡ ਤੇ ਕਿੰਨਾ ਵਾਟਰ ਹੈ, 18 ਤੇ 22 40 ਤੇ 21 61, ਰੇਸ਼ੀਓ 12 ਤੇ 9 21 ਤੇ 8 29, ਤਾਂ 61 ਰੇਸ਼ੀਓ 29 ਸਾਡਾ ਫਸਟ ਆਪਸ਼ਨ ਆਨਸਰ ਆ ਜਾਊਗਾ। ਹਮੇਸ਼ਾ ਧਿਆਨ ਰੱਖਣਾ ਹੈ ਜੇ ਉਹ ਇਕੁਅਲ ਕਪੈਸਿਟੀ ਦੇ ਹੈ ਮਤਲਬ ਉਹਨਾਂ ਦਾ ਟੋਟਲ ਸੇਮ ਹੈ, ਤੇ ਜੇ ਅਸਲ 'ਚ ਟੋਟਲ ਸੇਮ ਹੈ ਰੇਸ਼ੀਓ 'ਚ ਵੀ ਟੋਟਲ ਸੇਮ ਹੈ। ਬਸ ਇੰਨੀ ਕੀ ਗੱਲ ਕਰਨੀ ਹੈ, ਰੇਸ਼ੀਓ ਦਾ ਟੋਟਲ ਕਿਵੇਂ ਸੇਮ ਕਰਾਂਗੇ, ਐਲਸੀਐਮ ਲੈ ਕੇ ਬਰਾਬਰ ਪੁੱਟ ਕਰਾਂਗੇ। ਤਾਂ ਸਾਰਿਆਂ ਨੂੰ ਸੇਮ ਬਣਾਇਆ। ਇਹ ਕੁਐਸਚਨ ਇਹਦੇ ਨਾਲ ਦਾ ਇੱਕ ਹੋਰ ਕੁਐਸਚਨ ਦੇਖੋ, ਉਹ ਕਹਿੰਦੇ ਦਾ ਰੇਸ਼ੀਓ ਆਫ ਮਿਲਕ ਐਂਡ ਵਾਟਰ ਇਨ 2 ਵੈਸਲਸ ਆਰ 3:5 ਐਂਡ 4:7। ਸਾਡੇ ਕੋਲ ਕਹਿੰਦੇ 2 ਭਾਂਡੇ ਨੇ, ਦੋਨਾਂ 'ਚ ਮਿਲਕ ਤੇ ਵਾਟਰ ਦੀ ਰੇਸ਼ੀਓ ਹੈ, ਪਹਿਲੇ 'ਚ 3:5 'ਚ, ਦੂਜੇ 'ਚ 4:7 ਦੇ ਵਿੱਚ ਆ ਉਹ ਰੇਸ਼ੀਓ। ਉਹ ਕਹਿੰਦੇ ਇਫ ਬੋਥ ਦਾ ਵੈਸਲਸ ਆਰ ਪੋਰਡ ਇਨਟੂ ਅ ਥਰਡ ਵੈਸਲ ਇਨ ਦਾ ਰੇਸ਼ੀਓ 1:2। ਉਹ ਕਹਿੰਦੇ ਦੋਨੇ ਵੈਸਲ ਜਿਨ੍ਹਾਂ 'ਚ ਮਿਲਕ ਤੇ ਵਾਟਰ ਹੈ, ਪਹਿਲੇ 'ਚ 3:5 ਦੂਜੇ 'ਚ 4:7, ਜੇ ਤਾਂ ਇਹਨਾਂ ਦੋਨਾਂ ਵੈਸਲਸ ਨੂੰ ਅਸੀਂ ਕਿਸੇ ਤੀਜੇ ਵੈਸਲ 'ਚ ਮਿਕਸ ਕਰਦੇ, ਸੇਮ ਰੇਸ਼ੀਓ 'ਚ ਸੇਮ ਕਪੈਸਿਟੀ ਲੈਂਦੇ, ਸੇਮ ਕਪੈਸਿਟੀ ਦਾ ਮਤਲਬ 1:1, ਜਿਵੇਂ ਪਿਛਲੇ 'ਚ ਕੰਟੇਨਰਾਂ ਦੀ ਕਪੈਸਿਟੀ ਸੇਮ ਸੀ, ਜੇ ਤਾਂ ਬੱਚੇ ਇਹਨਾਂ ਦੀ ਆਪਾਂ ਲੈਂਦੇ ਬਰਾਬਰ ਕਪੈਸਿਟੀ, ਉਹਨੂੰ ਮਿਕਸ ਕਰਦੇ, ਫਿਰ ਤਾਂ ਪਿਛਲਾ ਕੁਐਸਚਨ ਬਣ ਗਿਆ ਸੀਗਾ ਵੀ ਭਾਈ 3 ਤੇ 5 ਦਾ ਟੋਟਲ 8 ਹੈ, 4 ਤੇ 7 ਦਾ ਟੋਟਲ 11 ਹੈ, ਬਰਾਬਰ ਕਰ ਲਓ 8 ਤੇ 11 ਨੂੰ, 8 ਤੇ 11 ਨੂੰ ਬਰਾਬਰ ਕਰਾਂਗੇ, ਐਲਸੀਐਮ ਲੈ ਲਾਂਗੇ, 88 ਬਣਾ ਦਾਂਗੇ, ਸਿੰਪਲ ਗੱਲ ਇੱਥੇ ਨਿਬੜ ਜਾਂਦੀ। ਪਰ ਇਸ ਕੁਐਸਚਨ 'ਚ ਆਪਾਂ ਬੱਚੇ ਉਹਨਾਂ ਦੀ ਇਕੁਅਲ ਕਪੈਸਿਟੀ ਨਹੀਂ ਮਿਕਸ ਕੀਤੀ, ਆਪਾਂ ਉਹਨਾਂ ਨੂੰ ਮਿਕਸ ਕੀਤਾ 1:2 ਦੇ ਵਿੱਚ। ਤਾਂ 1:2 ਨਵੀਂ ਚੀਜ਼ ਆ ਗਈ। 1:2 ਦਾ ਮਤਲਬ ਪਹਿਲੇ ਦਾ 1 ਹਿੱਸਾ, ਦੂਜੇ ਦੇ 2 ਹਿੱਸੇ। ਤਾਂ ਆਹ 1 ਤੇ 2 ਕਿਵੇਂ ਲੈਣੇ, ਇਹ ਨਵੀਂ ਚੀਜ਼ ਆ ਗਈ। ਇਹ ਧਿਆਨ ਨਾਲ ਦੇਖੋ, ਨਵਾਂ ਕੁਛ ਨਹੀਂ ਕਰਨਾ, ਪੁਰਾਣਾ ਤਰੀਕਾ ਧਿਆਨ ਨਾਲ ਜੋ ਕੀਤਾ ਸੀ ਯਾਦ ਕਰੋ। ਤਾਂ ਬੱਚੇ ਐਸਿਡ ਤੇ ਵਾਟਰ ਹੈ ਨਾ, ਮਿਲਕ ਤੇ ਵਾਟਰ ਹੈ, ਇੱਕ 'ਚ ਮਿਲਕ ਹੈ, ਇੱਕ 'ਚ ਵਾਟਰ ਹੈ। ਪਹਿਲੇ 'ਚ ਕੀ ਹੈ, ਮਿਲਕ ਤੇ ਵਾਟਰ 3:5 ਦੇ ਵਿੱਚ, ਦੂਜੇ 'ਚ ਕੀ ਹੈ, ਮਿਲਕ ਤੇ ਵਾਟਰ 4:7 ਦੇ ਵਿੱਚ। ਐਗਜ਼ਾਮੀਨਰ ਕਹਿੰਦਾ ਵੀ ਦੋਨਾਂ ਨੂੰ ਆਪਾਂ ਕਿਸੇ ਰੇਸ਼ੋ 'ਚ ਮਿਕਸ ਕੀਤਾ, ਬਰਾਬਰ ਨਹੀਂ ਕੀਤਾ, ਬਰਾਬਰ ਪਿਛਲੇ ਕੁਐਸਚਨ 'ਚ ਕੀਤਾ ਸੀ, ਇਹਦੇ ਵਿੱਚ ਆਪਾਂ ਉਹਨਾਂ ਨੂੰ ਬਰਾਬਰ ਦੀ ਜਗ੍ਹਾ 1:2 'ਚ ਮਿਕਸ ਕੀਤਾ। ਤਾਂ ਧਿਆਨ 'ਚ ਕੀ ਰੱਖਣਾ ਹੈ ਵੀ ਭਾਈ ਜੇ ਬਰਾਬਰ ਮਿਕਸ ਕਰਨਾ ਹੁੰਦਾ ਤਾਂ ਕੀ ਕਰਦੇ, ਟੋਟਲ ਸੇਮ ਕਰਦੇ ਜੀ। ਟੋਟਲ ਕੀ ਹੈ, 3 ਤੇ 5 ਦਾ ਟੋਟਲ ਹੈ 8, 4 ਤੇ 7 ਦਾ ਟੋਟਲ ਹੈ 11। ਤਾਂ ਟੋਟਲ ਸੇਮ ਕਰਨ ਲਈ ਜੇ 1:2 ਵਾਲਾ ਮਸਲਾ ਨਾ ਹੁੰਦਾ, ਬਰਾਬਰ ਮਿਕਸ ਕੀਤੇ ਹੁੰਦੇ, ਤਾਂ ਟੋਟਲ ਮਿਕਸ ਕਰਨ ਲਈ ਐਲਸੀਐਮ ਬਣਾਉਂਦੇ ਇਹਨਾਂ ਦਾ 8 ਤੇ 11 ਦਾ ਐਲਸੀਐਮ 88, ਤਾਂ ਦੋਨਾਂ ਨੂੰ 88 ਬਣਾਉਂਦੇ। ਇਹ ਹੋ ਜਾਂਦਾ 11 ਗੁਣਾ,
ਇਹ ਹੋ ਜਾਂਦਾ 8 ਗੁਣਾ, ਤਾਂ 88 ਬਣ ਜਾਂਦਾ। ਪਰ 88 ਦਾ ਮਤਲਬ ਤਾਂ ਹੋ ਗਿਆ ਕਿ ਬਰਾਬਰ, ਪਰ ਆਪਾਂ ਬਰਾਬਰ ਨਹੀਂ ਮਿਕਸ ਕਰਨੇ, ਆਪਾਂ 1:2 ਚ ਮਿਕਸ ਕਰਨਾ। ਤੇ 1:2 ਦਾ ਮਤਲਬ ਜਦੋਂ ਬੱਚੇ ਤੁਸੀਂ ਦੋ ਮਿਕਸਚਰ ਚਾਹੇ 3 ਹੋਣ ਜਿੰਨੇ ਮਰਜ਼ੀ ਹੋਣ, ਜੇ ਤਾਂ ਬਰਾਬਰ ਮਿਕਸ ਕਰਨੇ ਹੁੰਦੇ, ਇਕੁਅਲ ਕਪੈਸਿਟੀ ਵਾਲਾ ਸਵਾਲ ਹੁੰਦਾ, ਫਿਰ ਤਾਂ ਟੋਟਲ ਸੇਮ ਕਰਦੇ ਐਲਸੀਐਮ ਲੈ ਕੇ। ਪਰ ਜਦੋਂ ਇਕੁਅਲ ਕਪੈਸਿਟੀ ਦੀ ਜਗ੍ਹਾ ਕਿਸੇ ਵੀ ਰੇਸ਼ੀਓ 'ਚ ਮਿਕਸ ਕਰਨਾ ਹੈ ਤਾਂ ਪਹਿਲਾਂ ਇਕੁਅਲ ਕਰਨਾ ਹੀ ਕਰਨਾ। ਇਕੁਅਲ ਕਰ ਲਿਆ, 88 ਬਣਾਤਾ, ਫਿਰ ਪਹਿਲੇ ਦਾ 1 ਦੂਜੇ ਦੇ 2, ਤਾਂ ਪਹਿਲੇ ਨੂੰ 11 ਗੁਣਾ ਕਰਾਂਗੇ, ਦੂਜੇ ਨੂੰ 16 ਗੁਣਾ ਕਰਾਂਗੇ, ਤਾਂ ਦੂਜੇ ਨੂੰ 8 ਗੁਣਾ ਕਰਕੇ ਤਾਂ ਬਰਾਬਰ ਹੋਣਾ ਸੀ, ਆਪਾਂ 16 ਗੁਣਾ ਕਰਾਂਗੇ, ਤਾਂ ਪਹਿਲੇ ਦਾ 11 ਗੁਣਾ, ਤਾਂ ਪੂਰੀ ਰੇਸ਼ੀਓ 11 ਗੁਣਾ ਹੋ ਜੂਗੀ 33 ਤੇ 55। ਦੂਜੇ ਦਾ 16 ਗੁਣਾ, ਤਾਂ ਬੱਚੇ ਪੂਰੀ ਰੇਸ਼ੀਓ ਤੁਹਾਡੀ 16 ਗੁਣਾ ਹੋ ਜੂਗੀ। ਇੱਧਰ 64 ਆ ਗਿਆ, ਇੱਧਰ 112 ਆ ਗਿਆ, ਤਾਂ ਤੁਹਾਡਾ ਓਵਰਆਲ ਮਿਲਕ ਤੇ ਵਾਟਰ ਕੀ ਹੋ ਜੂਗਾ? ਮਿਲਕ ਹੋ ਗਿਆ 97, ਵਾਟਰ ਹੋ ਗਿਆ ਤੁਹਾਡਾ 112 ਤੇ 55 167, ਤਾਂ 97 ਰੇਸ਼ੀਓ 167 ਤੁਹਾਡਾ ਸੀ ਆਪਸ਼ਨ ਆਨਸਰ ਆ ਜਾਊਗਾ। ਤਾਂ ਇਸ ਕੁਐਸਚਨ ਦਾ ਆਨਸਰ ਕਿਵੇਂ ਕਰਨਾ ਹੈ? ਜੇ ਤਾਂ ਬਰਾਬਰ ਕਪੈਸਿਟੀ ਲੈਣੀ ਹੁੰਦੀ ਤਾਂ ਸਿੰਪਲ ਐਲਸੀਐਮ ਲੈ ਕੇ ਬਰਾਬਰ ਪੁੱਟ ਕਰ ਦੋ, ਤੇ ਜੇ ਬਰਾਬਰ ਦੀ ਜਗ੍ਹਾ ਕਿਸੇ ਵੀ ਹੋਰ ਰੇਸ਼ੋ 'ਚ ਮਿਕਸ ਕਰਨਾ ਹੈ ਤਾਂ ਪਹਿਲਾਂ ਬਰਾਬਰ ਕਰਾਂਗੇ ਹੀ ਕਰਾਂਗੇ, ਫਿਰ 1:2 ਦਾ ਮਤਲਬ ਪਹਿਲੇ ਦਾ 1 ਗੁਣਾ, ਦੂਜੇ ਦਾ 2 ਗੁਣਾ, ਸਿੰਪਲ ਪੂਰੀ ਰੇਸ਼ੋ ਇਹਦੇ ਹਿਸਾਬ ਨਾਲ ਕੱਢੀ ਜਾਊਗੀ। ਇਸ ਤੋਂ ਸੌਖਾ ਕੋਈ ਮੈਥਡ ਨਹੀਂ ਹੈਗਾ, ਇਹੀ ਸਭ ਤੋਂ ਈਜ਼ੀ ਰਹੂਗਾ ਰੇਸ਼ੋ ਦੇ ਹਿਸਾਬ ਨਾਲ ਕਰਨਾ। ਇਸ ਤੋਂ ਅਗਲਾ ਕੁਐਸਚਨ ਦੇਖੋ ਬੱਚੇ, ਕੁਐਸਚਨ ਚੇਂਜ ਹੁੰਦੇ ਜਾਣਗੇ, ਸਵਾਲ ਕਰਨ ਦੇ ਤਰੀਕੇ ਉਹੀ ਰਹਿਣੇ ਆ। ਐਗਜ਼ਾਮੀਨਰ ਕਹਿੰਦਾ ਇਫ ਦਾ ਰੇਸ਼ੀਓ ਆਫ ਲੈਂਡ ਐਂਡ ਵਾਟਰ ਔਨ ਅਰਥ, ਪੂਰੀ ਧਰਤੀ ਤੇ ਕਹਿੰਦੇ ਲੈਂਡ ਤੇ ਵਾਟਰ ਦੀ ਜਿਹੜੀ ਰੇਸ਼ੀਓ ਉਹ 1:2 ਹੈ, ਐਂਡ ਦਾ ਰੇਸ਼ੀਓ ਆਫ ਲੈਂਡ ਐਂਡ ਵਾਟਰ ਇਨ ਦਾ ਕੱਲਾ ਨਦਰਨ ਹੈਮੀਸਫੇਅਰ ਉਹਦੇ ਵਿੱਚ ਉਹ 2:3 ਦੇ ਵਿੱਚ ਹੈ, ਤਾਂ ਵਟ ਇਜ਼ ਦਾ ਰੇਸ਼ੀਓ ਆਫ ਲੈਂਡ ਐਂਡ ਵਾਟਰ ਇਨ ਦਾ ਸਦਰਨ ਹੈਮੀਸਫੇਅਰ। ਤਾਂ ਬੱਚੇ ਪੂਰੀ ਧਰਤੀ ਸਾਰਿਆਂ ਨੂੰ ਪਤਾ ਕਿਹੋ ਜੀ ਹੁੰਦੀ ਹੈ। ਹੁਣ ਉਹ ਪੂਰੀ ਧਰਤੀ ਦੇ ਉੱਤੇ ਲੈਂਡ ਤੇ ਵਾਟਰ ਦੀ ਜਿਹੜੀ ਗੱਲ ਹੈ ਉਹ ਕਹਿੰਦੇ 1:2 ਦੇ ਵਿੱਚ ਹੈ, ਪਰ ਅੱਗੇ ਉਹ ਲੈਂਡ ਤੇ ਵਾਟਰ ਇੱਕ ਨਦਰਨ ਹੈਮੀਸਫੇਅਰ ਇੱਕ ਸਦਰਨ ਹੈਮੀਸਫੇਅਰ ਦੀ ਗੱਲ ਕਰ ਰਿਹਾ ਹੈ। ਤਾਂ ਇੰਨੀ ਗੱਲ ਧਿਆਨ 'ਚ ਰੱਖਣੀ ਹੈ ਕਿ ਜਿਹੜੀ ਪੂਰੀ ਧਰਤੀ ਹੈ ਉਹ 2 ਬਰਾਬਰ ਹਿੱਸਿਆਂ 'ਚ ਵੰਡੀ ਗਈ ਹੈ। 2 ਬਰਾਬਰ ਹਿੱਸੇ ਕੀ ਹੈ? ਉਤਲਾ ਹਿੱਸਾ ਨਦਰਨ ਹੈਮੀਸਫੇਅਰ, ਹੇਠਲਾ ਹਿੱਸਾ ਸਦਰਨ ਹੈਮੀਸਫੇਅਰ। ਤਾਂ ਇਹ ਜਿਹੜੇ ਬਰਾਬਰ ਨੇ ਨਦਰਨ ਤੇ ਸਦਰਨ 1:1 ਹੋ ਗਏ, 1:1 ਹੋ ਗਏ, ਤਾਂ ਪੂਰੀ ਧਰਤੀ ਕੀ ਹੋ ਗਈ? ਇਹਨਾਂ ਦਾ ਜੋੜ 2, ਤਾਂ ਪੂਰੀ ਧਰਤੀ 2 ਹੈ, ਨਦਰਨ ਹੈਮੀਸਫੇਅਰ 1 ਹੈ, ਸਦਰਨ ਆਪਾਂ ਕੱਢਣਾ ਹੈਗਾ। ਤਾਂ ਸਦਰਨ ਹੈਮੀਸਫੇਅਰ ਕਿਵੇਂ ਨਿਕਲੂ? ਪੂਰੀ ਧਰਤੀ ਚੋਂ ਨਦਰਨ ਮਾਈਨਸ ਕਰ ਦੋ, ਤਾਂ ਆ ਪੂਰੀ ਧਰਤੀ ਹੈ, ਇਹ 2 ਬਰਾਬਰ ਹਿੱਸਿਆਂ 'ਚ ਵੰਡੀ ਗਈ। ਉੱਪਰਲਾ ਨਦਰਨ ਹੈਮੀਸਫੇਅਰ ਹੈ, ਹੇਠਾਂ ਸਦਰਨ ਹੈਮੀਸਫੇਅਰ ਹੈ, ਇਹ ਪੂਰੀ ਧਰਤੀ ਹੈ। ਤਾਂ ਕਿਉਂਕਿ ਪੂਰੀ ਧਰਤੀ 2 ਬਰਾਬਰ ਹਿੱਸਿਆਂ 'ਚ ਵੰਡੀ ਗਈ ਤਾਂ ਇੱਕ ਹਿੱਸਾ 1 ਇੱਕ ਹਿੱਸਾ ਆਹ 1, ਤਾਂ ਪੂਰੀ ਧਰਤੀ 2 ਹੋ ਗਈ। ਤਾਂ ਸਾਨੂੰ ਸਦਰਨ ਹੈਮੀਸਫੇਅਰ ਜੇ ਕੱਢਣ ਨੂੰ ਕਿਹਾ ਗਿਆ ਤਾਂ ਅਸੀਂ ਪੂਰੀ ਧਰਤੀ ਚੋਂ ਨਦਰਨ ਹੈਮੀਸਫੇਅਰ ਮਾਈਨਸ ਕਰ ਦਈਏ। ਤਾਂ ਪੂਰੀ ਧਰਤੀ ਚੋਂ ਜਦੋਂ ਨਦਰਨ ਹੈਮੀਸਫੇਅਰ ਮਾਈਨਸ ਕਰਨਾ ਹੈ ਤਾਂ ਸਾਨੂੰ ਧਰਤੀ ਤੇ ਲੈਂਡ ਐਂਡ ਵਾਟਰ ਦਿੱਤਾ ਹੋਇਆ, ਕੱਲੇ ਨਦਰਨ ਹੈਮੀਸਫੇਅਰ 'ਚ ਲੈਂਡ ਐਂਡ ਵਾਟਰ ਦਿੱਤਾ ਹੋਇਆ, ਤਾਂ ਸਦਰਨ ਕੱਢਣ ਲਈ ਧਰਤੀ ਚੋਂ ਨਦਰਨ ਮਾਈਨਸ ਕਰਾਂਗੇ। ਪਰ ਪੂਰੀ ਧਰਤੀ 2 ਹੈ, ਨਦਰਨ ਹੈਮੀਸਫੇਅਰ 1 ਆ। ਜਿਵੇਂ ਪਿਛਲੇ ਕੁਐਸਚਨ 'ਚ ਦੋਨੇ ਭਾਂਡੇ 1:2 'ਚ ਲਏ ਸੀ, ਤਾਂ ਇੱਥੇ ਅਰਥ ਤੇ ਨਦਰਨ ਹੈਮੀਸਫੇਅਰ 2:1 'ਚ ਲਵਾਂਗੇ। ਬਸ ਕਹਾਣੀ ਇੱਥੇ ਆ। ਤਾਂ ਆਹ ਬੱਚੇ ਹੋ ਗਿਆ ਤੁਹਾਡਾ ਲੈਂਡ, ਆ ਹੋ ਗਿਆ ਵਾਟਰ। ਤਾਂ ਇੱਥੇ ਪੂਰੀ ਅਰਥ ਲਿਖ ਲਓ, ਇੱਥੇ ਨਦਰਨ ਹੈਮੀਸਫੇਅਰ ਲਿਖ ਲਓ, ਤਾਂ ਮਾਈਨਸ ਕਰਕੇ ਸਾਡਾ ਸਦਰਨ ਹੈਮੀਸਫੇਅਰ ਆ ਜਾਊਗਾ। ਤਾਂ ਬੱਚੇ ਮਾਈਨਸ ਕਰਨ ਤੋਂ ਪਹਿਲਾਂ ਰੇਸ਼ੀਓਜ਼ ਦੇਖੋ ਕੀ ਨੇਗੀਆਂ। ਪੂਰੀ ਧਰਤੀ ਤੇ ਲੈਂਡ ਐਂਡ ਵਾਟਰ ਕੀ ਹੈ? 1:2 ਦੇ ਵਿੱਚ। ਨਦਰਨ ਹੈਮੀਸਫੇਅਰ ਤੇ ਲੈਂਡ ਐਂਡ ਵਾਟਰ ਕੀ ਹੈ? 2:3 ਦੇ ਵਿੱਚ। ਤਾਂ ਆਪਾਂ ਇਹਨਾਂ ਨੂੰ 2:1 ਬਣਾਉਣਾ, ਅਰਥ 2 ਬਣਾਉਣੀ ਹੈ, ਨਦਰਨ ਹੈਮੀਸਫੇਅਰ 1 ਬਣਾਉਣਾ। ਤਾਂ ਕਿਸੇ ਵੀ ਰੇਸ਼ੋ 'ਚ ਬਣਾਉਣ ਲਈ ਪਹਿਲਾਂ ਬਰਾਬਰ ਕਰਾਂਗੇ, ਤੇ ਬਰਾਬਰ ਕਰਦੇ ਹੋਏ ਦੇਖੀਏ ਇਹਦਾ ਟੋਟਲ 3 ਹੈ, ਇਹਦਾ ਟੋਟਲ 5 ਹੈ। ਤਾਂ ਬਰਾਬਰ ਕਰਨ ਦੇ ਲਈ ਕੀ ਕਰਾਂਗੇ? 5 × 3, ਪਹਿਲੇ ਦਾ 5 ਗੁਣਾ ਹੋ ਜਾਊਗਾ, ਦੂਜੇ ਦਾ 3 ਗੁਣਾ ਹੋ ਜਾਊਗਾ। ਤਾਂ ਇਹ ਤਾਂ ਹੋ ਗਏ ਬਰਾਬਰ, 15-15 ਬਣ ਜਾਣਗੇ। ਬਰਾਬਰ ਨਹੀਂ ਕਰਨੇ ਆਪਾਂ, ਧਰਤੀ ਦੁੱਗਣੀ ਕਰਨੀ ਹੈ, ਤਾਂ ਇਹਦਾ 2 ਗੁਣਾ ਇਹਦਾ 1 ਗੁਣਾ, ਤਾਂ ਧਰਤੀ ਹੋਊਗੀ 10 ਗੁਣਾ, ਨਦਰਨ ਹੈਮੀਸਫੇਅਰ ਹੋਊਗਾ 3 ਗੁਣਾ। ਤਾਂ ਪੂਰੀ ਧਰਤੀ 10 ਗੁਣਾ ਕੀਤੀ ਤਾਂ ਸਾਰੀ ਰੇਸ਼ੋ 10 ਗੁਣਾ ਹੋ ਗਈ, 10 ਤੇ 20। ਨਦਰਨ ਹੈਮੀਸਫੇਅਰ ਨੂੰ 3 ਗੁਣਾ ਕਰਨਾ ਹੈ ਤਾਂ ਪੂਰੀ ਰੇਸ਼ੋ 3 ਗੁਣਾ ਹੋ ਜੂਗੀ, 6 ਤੇ 9। ਤਾਂ ਬੱਚੇ ਸਦਰਨ ਹੈਮੀਸਫੇਅਰ ਕੀ ਆ ਜਾਊਗਾ? ਪੂਰੀ ਧਰਤੀ ਚੋਂ ਨਦਰਨ ਮਾਈਨਸ ਕਰ ਦੋ, 10 ਚੋਂ 6 ਗਏ 4, 20 ਚੋਂ 9 ਗਏ 11। ਤਾਂ ਸਦਰਨ ਹੈਮੀਸਫੇਅਰ 'ਚ ਲੈਂਡ ਤੇ ਵਾਟਰ ਆ ਜਾਣਗੇ ਤੁਹਾਡੇ 4:11 ਦੇ ਵਿੱਚ, ਜੋ ਕਿ ਸੈਕਿੰਡ ਆਪਸ਼ਨ ਹੈ। ਤਾਂ ਆਹ ਇੱਕ ਸੌਖਾ ਤਰੀਕਾ ਜਿਹਦੇ ਨਾਲ ਤੁਸੀਂ ਘੱਟੋ ਘੱਟ ਰੇਸ਼ੀਓ ਦੇ ਜਿਹੜੇ ਮਰਜ਼ੀ ਸਵਾਲ ਆ ਜਾਣ, ਇਕੁਅਲੀ ਮਿਕਸ ਕੀਤੇ, ਇਕੁਅਲ ਦੀ ਜਗ੍ਹਾ ਕਿਸੇ ਹੋਰ ਰੇਸ਼ੋ 'ਚ ਮਿਕਸ ਕੀਤੇ,
ਕਿਸੇ ਚੋਂ ਕਿਸੇ ਨੂੰ ਕੱਢਣਾ ਹੈਗਾ ਉਹ ਕਿਸੇ ਰੇਸ਼ੋ 'ਚ ਨੇ। ਸਾਰੇ ਦੇ ਸਾਰੇ ਸਵਾਲ ਜਿਸ ਮਰਜ਼ੀ ਫਾਰਮੈਟ 'ਚ ਬਣ ਕੇ ਆਉਣ ਬੜੇ ਆਰਾਮ ਨਾਲ ਕਰ ਸਕੋਗੇ। ਇਹ ਕੁਐਸਚਨ ਇਹਦੇ ਨਾਲ ਦਾ ਅਗਲਾ ਕੁਐਸਚਨ ਬਹੁਤ ਵਾਰ ਕੀਤਾ ਆਪਾਂ, ਸੇਮ ਕੁਐਸਚਨ ਹੈ, ਬਸ ਫਿਗਰਸ ਚੇਂਜ ਹੋ ਜਾਂਦੇ। ਕਹਿੰਦੇ ਪੂਰੀ ਧਰਤੀ ਤੇ ਲੈਂਡ ਐਂਡ ਵਾਟਰ ਆਰ ਇਨ ਦਾ ਰੇਸ਼ੋ 1:2, ਦਾ ਰੇਸ਼ੋ ਆਫ ਲੈਂਡ ਐਂਡ ਵਾਟਰ ਹੁੰਦਾ ਪੂਰੀ ਅਰਥ ਉਹ 1:2 ਹੈ, ਤੇ ਕੱਲੇ ਨਦਰਨ ਹੈਮੀਸਫੀਅਰ ਦੇ ਵਿੱਚ ਲੈਂਡ ਐਂਡ ਵਾਟਰ ਇਜ਼ ਇਨ ਦਾ ਰੇਸ਼ੋ 3:4। ਤਾਂ ਸਦਰਨ ਦੇ ਵਿੱਚ ਦੱਸੋ ਕੀ ਹੋਊਗਾ। ਤਾਂ ਬਿਲਕੁਲ ਸੇਮ, ਹੁਣ ਡਾਇਗਰਾਮ ਵੀ ਬਣਾਉਣ ਦੀ ਲੋੜ ਨਹੀਂ, ਆਪਾਂ ਲੈਂਡ ਤੇ ਵਾਟਰ ਨੂੰ L ਤੇ W ਵੀ ਲਿਖ ਸਕਦੇ ਆ। ਪੂਰੀ ਧਰਤੀ ਤੇ ਕਿਹੜੀ ਰੇਸ਼ੋ 'ਚ ਹੈ, ਨਦਰਨ ਹੈਮੀਸਫੀਅਰ ਤੇ ਕਿਹੜੀ ਰੇਸ਼ੋ 'ਚ ਹੈ, ਸਦਰਨ ਹੈਮੀਸਫੀਅਰ ਤੇ ਫਿਰ ਮਾਈਨਸ ਕਰਕੇ ਆ ਜਾਊਗਾ। ਤਾਂ ਪੂਰੀ ਧਰਤੀ ਤੇ ਲੈਂਡ ਐਂਡ ਵਾਟਰ ਕੀ ਹੈ 1:2, ਕੱਲੇ ਨਦਰਨ ਦੇ ਵਿੱਚ ਕੀ ਹੈ 3:4। ਤਾਂ ਸਦਰਨ ਦੇ ਵਿੱਚ ਕੱਢਣ ਲਈ ਮਾਈਨਸ ਕਰਾਂਗੇ, ਪਰ ਮਾਈਨਸ ਕਰਨ ਤੋਂ ਪਹਿਲਾਂ ਅਰਥ ਨੂੰ ਨਦਰਨ ਤੋਂ ਦੁੱਗਣੀ ਬਣਾਉਣਾ, ਇਹ 2 ਇਹ 1 ਬਣਾਉਣਾ। ਤਾਂ 2 1 ਬਣਾਉਣ ਦੇ ਲਈ ਪਹਿਲਾਂ ਬਰਾਬਰ ਕਰਾਂਗੇ, 1 ਤੇ 2 ਦਾ ਟੋਟਲ 3, 3 ਤੇ 4 ਦਾ ਟੋਟਲ 7। ਤਾਂ ਅਸਲ ਦੇ ਵਿੱਚ ਇਹ 3 ਤੇ 7 ਨੇ। ਤਾਂ ਬਰਾਬਰ ਕਰਨ ਲਈ ਇਹਨੂੰ 7 ਗੁਣਾ ਤੇ ਇਹਨੂੰ 3 ਗੁਣਾ ਕਰਾਂਗੇ, ਤਾਂ ਆਹ 3 7 ਦਾ ਕੁਝ ਨਹੀਂ ਕਰਨਾ, ਇਹ ਤਾਂ ਵੈਸੇ ਸੀਗਾ। ਉਹਨੂੰ 7 ਉਹਨੂੰ 3 ਗੁਣਾ ਕਰਾਂਗੇ, ਪਰ ਅਰਥ ਦੁੱਗਣੀ ਬਣਾਉਣੀ ਹੈ ਤਾਂ 2 ਗੁਣਾ ਤੇ ਇਹ 1 ਗੁਣਾ ਹੋਊਗਾ। ਤਾਂ ਅਰਥ ਪੂਰੀ ਕੀ ਹੋਊਗੀ ਬੱਚੇ ਤੁਹਾਡੀ 14 ਗੁਣਾ। ਤਾਂ 14 ਗੁਣਾ ਕਰਕੇ ਤੁਹਾਡਾ ਕੀ ਆ ਗਿਆ 1 ਤੇ 2 ਤੋਂ ਬਣ ਜੂਗਾ 14 ਤੇ 28। ਨਦਰਨ ਹੈਮੀਸਫੀਅਰ ਹੋਊਗਾ 3 ਗੁਣਾ, ਤਾਂ ਪੂਰੀ ਰੇਸ਼ੋ 3 ਗੁਣਾ ਕਰਕੇ ਕੀ ਬਣ ਗਿਆ ਤੁਹਾਡਾ 9 ਤੇ 12। ਤਾਂ ਤੁਹਾਡਾ ਸਦਰਨ ਹੈਮੀਸਫੀਅਰ ਕੀ ਆ ਜਾਊਗਾ 14 ਚੋਂ 9 ਗਏ 5, 28 ਚੋਂ 12 ਗਏ 16। ਤਾਂ ਇਸ ਕੁਐਸਚਨ ਦੇ ਵਿੱਚ ਸਦਰਨ ਹੈਮੀਸਫੀਅਰ 'ਚ ਲੈਂਡ ਤੇ ਵਾਟਰ ਆ ਜਾਣਗੇ ਤੁਹਾਡੇ 5:16। ਇਸ ਤੋਂ ਸੌਖਾ ਤਰੀਕਾ ਲੱਭ ਕੇ ਲੈ ਆਇਓ ਜੇ ਹੋਇਆ, ਹੋਰ ਕੁਛ ਨਹੀਂ ਹੈਗਾ। ਧਿਆਨ ਨਾਲ ਕਰਨਾ ਹੈਗਾ। ਅਗਲੇ ਕੁਐਸਚਨ ਤੇ ਆ ਜਾਓ ਬੱਚੇ। ਇਸੇ ਤਰ੍ਹਾਂ ਦੇ ਸਵਾਲਾਂ 'ਚ ਐਗਜ਼ਾਮੀਨਰ ਹੋਰ ਕੀ ਪਾ ਸਕਦਾ ਹੈ, ਇੱਥੇ ਦੇਖਦੇ ਆ। ਔਖੇ ਤੋਂ ਔਖਾ ਕੁਐਸਚਨ ਇੱਥੇ ਬੜੇ ਆਰਾਮ ਨਾਲ ਦੇਖ ਲਾਂਗੇ। ਅਗਲਾ ਕੁਐਸਚਨ ਟਿਪੀਕਲ ਆ, ਉਹ ਕਹਿੰਦੇ ਦ ਰੇਸ਼ੋ ਆਫ ਇਨਕਮ ਆਫ A, B ਐਂਡ C ਇਜ਼ 4:5:6। ABC ਨੇ ਉਹਨਾਂ ਦੀ ਇਨਕਮ ਦੀ ਰੇਸ਼ੋ ਕਹਿੰਦੇ 4:5:6 ਹੈ। ਐਂਡ ਦਾ ਰੇਸ਼ੋ ਆਫ देयर ਐਕਸਪੈਂਡੀਚਰਸ, ਪਹਿਲਾਂ ਇਨਕਮ ਦੀ ਰੇਸ਼ੋ ਦਿੱਤੀ, ਹੁਣ ਖਰਚਿਆਂ ਦੀ ਰੇਸ਼ੋ ਕਹਿੰਦੇ 2:3:4 ਹੈ। ਸੋ ਇਫ ਦਾ ਸੇਵਿੰਗਸ, ਇੱਥੋਂ ਪੜੋ ਬੱਚੇ, ਇਫ ਦਾ ਸੇਵਿੰਗਸ ਆਫ B ਇਜ਼ 1/3 ਆਫ ਇਟਸ ਇਨਕਮ, ਉਹ ਕਹਿੰਦੇ ਜੇ B ਦੀਆਂ ਜਿਹੜੀਆਂ ਸੇਵਿੰਗਸ ਨੇ ਉਹ ਉਹਦੀ ਇਨਕਮ ਦਾ 1/3 ਨੇ, ਇਹ ਧਿਆਨ ਨਾਲ ਪੜਨਾ ਹੈਗਾ। ਦੈਨ ਫਾਈਂਡ ਦਾ ਰੇਸ਼ੋ ਆਫ ਸੇਵਿੰਗਸ ਆਫ A, B, C। ਤਾਂ A, B ਤੇ C ਦੀਆਂ ਸੇਵਿੰਗਸ ਦੱਸੋ। ਤਾਂ ਬੱਚੇ ਸੇਵਿੰਗਸ ਦੇ ਮਾਮਲੇ 'ਚ ਇੰਨੀ ਗੱਲ ਤਾਂ ਕਲੀਅਰ ਹੈ ਕਿ ਸੇਵਿੰਗਸ ਹੋਣਗੇ ਇਨਕਮ ਚੋਂ ਐਕਸਪੈਂਡੀਚਰ ਮਾਈਨਸ ਕਰਕੇ। ਜਿਵੇਂ ਪਿਛਲੇ ਕੁਐਸਚਨ 'ਚ ਸਦਰਨ ਹੈਮੀਸਫੀਅਰ ਕੱਢਿਆ ਆਪਾਂ ਅਰਥ ਚੋਂ ਨਦਰਨ ਮਾਈਨਸ ਕਰਕੇ, ਤਾਂ ਇੱਥੇ ਸੇਵਿੰਗਸ ਹੋਣਗੀਆਂ ਇਨਕਮ ਚੋਂ ਐਕਸਪੈਂਡੀਚਰ ਮਾਈਨਸ ਕਰਕੇ। ਤਾਂ ਪਹਿਲੀ ਗੱਲ ਤਾਂ ਸੇਮ ਹੀ ਹੈ ਕਿ ਉਵੇਂ ਲਿਖ ਲਓ ਜਿਵੇਂ ਪਿਛਲਾ ਕੁਐਸਚਨ ਲਿਖਿਆ ਸੀ। ਆਹ A ਪਰਸਨ, ਆਹ B ਪਰਸਨ, ਆਹ C ਪਰਸਨ। ਪਿਛਲੇ 'ਚ ਲੈਂਡ ਤੇ ਵਾਟਰ ਦੀ ਰੇਸ਼ੋ ਸੀ, ਇੱਥੇ A, B ਤੇ C ਦੀ ਰੇਸ਼ੋ, ਤਾਂ ਉਵੇਂ ABC ਲਿਖ ਲਏ। ਤਾਂ ਉਹਨਾਂ ਦੀ ਇਨਕਮ ਦੀ ਰੇਸ਼ੋ ਕੀ ਹੈ, ਉਹਨਾਂ ਦੇ ਐਕਸਪੈਂਡੀਚਰ ਦੀ ਰੇਸ਼ੋ ਕੀ ਹੈ, ਜਿਹਨੂੰ ਮਾਈਨਸ ਕਰਕੇ ਸੇਵਿੰਗਸ ਦੀ ਰੇਸ਼ੋ ਆ ਜੂ। ਤਾਂ ਇਨਕਮ ਦੀ ਰੇਸ਼ੋ ਕੀ ਹੈ ਬੱਚੇ 4:5:6। ਐਕਸਪੈਂਡੀਚਰ ਦੀ ਰੇਸ਼ੋ ਕੀ ਹੈ 2:3:4। ਆਪਾਂ ਸੇਵਿੰਗਸ ਦੀ ਰੇਸ਼ੋ ਕੱਢਣੀ ਹੈ, ਪਰ ਉਹ ਕਹਿੰਦੇ B ਦਾ ਮਾਮਲਾ ਦਿੱਤਾ, B ਦੀਆਂ ਸੇਵਿੰਗਸ ਕੀ ਨੇ, ਉਹਦੀ ਇਨਕਮ ਦਾ 1/3। ਤਾਂ ਇਹਨੂੰ ਮੈਂ ਸਾਈਡ ਤੇ ਵੀ ਲਿਖ ਸਕਦਾ, B ਦੀਆਂ ਸੇਵਿੰਗਸ, ਆ B ਦੇ ਬਾਰੇ ਲਿਖ ਰਿਹਾ, ਉਹਦੀ ਇਨਕਮ ਦਾ 1/3। ਤਾਂ B ਦੀਆਂ ਸੇਵਿੰਗਸ ਕੀ ਨੇ, ਜੇ ਇਨਕਮ 3 ਹੈ ਤਾਂ ਸੇਵਿੰਗ 1 ਰੁਪਏ ਆ। ਆਹ ਕੱਲਾ ਮੈਂ B ਦੇ ਬਾਰੇ ਲਿਖ ਰਿਹਾ ਕਿ ਭਾਈ ਜੇ B ਦੀਆਂ ਸੇਵਿੰਗਸ, B ਦੀ ਜੇ ਇਨਕਮ 3 ਹੈ ਤਾਂ ਸੇਵਿੰਗ 1 ਰੁਪਏ ਹੈ। ਤਾਂ ਐਕਸਪੈਂਡੀਚਰ ਕਿੰਨਾ ਹੋ ਜਾਊਗਾ, ਜੇ B 3 ਚੋਂ 1 ਰੁਪਇਆ ਸੇਵ ਕਰ ਰਿਹਾ ਹੈ ਤਾਂ 2 ਰੁਪਏ ਖਰਚਣਾ ਹੋਊਗਾ। ਤਾਂ ਬੱਚੇ ਇੱਥੋਂ ਸਾਡੇ ਕੋਲ ਸਾਨੂੰ ਪਿਛਲੇ ਕੁਐਸਚਨ ਦੇ ਵਿੱਚ ਅਰਥ ਤੇ ਨਦਰਨ ਹੈਮੀਸਫੀਅਰ ਦੀ ਰੇਸ਼ੋ ਚਾਹੀਦੀ ਸੀ, ਜੋ ਆਪਾਂ ਡਾਇਗਰਾਮੈਟਿਕਲੀ ਸਮਝਿਆ ਕਿ ਅਰਥ 2 ਹੈ, ਨਦਰਨ ਹੈਮੀਸਫੀਅਰ 1 ਹੈ। ਤਾਂ ਇੱਥੇ ਸਾਨੂੰ ਇਨਕਮ ਤੇ ਐਕਸਪੈਂਡੀਚਰ 'ਚ ਰਿਲੇਸ਼ਨ ਚਾਹੀਦਾ ਸੀ, ਤਾਂ ਉਹ ਸਾਨੂੰ ਮਿਲ ਗਿਆ B ਤੋਂ ਕਿ B ਦੀ ਇਨਕਮ ਤੇ B ਦਾ ਐਕਸਪੈਂਡੀਚਰ 3:2 'ਚ ਹੋਣਾ ਚਾਹੀਦਾ। ਤਾਂ B ਦੀ ਇਨਕਮ ਉਹ ਤਾਂ 5 ਹੈ ਤੇ ਐਕਸਪੈਂਡੀਚਰ 3 ਹੈ, ਪਰ ਇਹ 5-3 ਤਾਂ ਨਹੀਂ ਚਾਹੀਦਾ, ਸਾਨੂੰ ਤਾਂ 3:2 'ਚ ਚਾਹੀਦੇ ਆ। ਤਾਂ 3:2 ਬਣਾਉਣ ਲਈ ਪਹਿਲਾਂ ਬਰਾਬਰ ਕਰੋ ਜੀ, ਬਰਾਬਰ ਕਰਨਾ ਤਾਂ ਇਹਨਾਂ ਨੂੰ ਆਪਾਂ 3:2 'ਚ ਲੈ ਕੇ ਜਾਣਾ ਨਾ, ਤਾਂ ਇਹਨਾਂ ਨੂੰ ਬਰਾਬਰ ਕਰਾਂਗੇ ਬੱਚੇ। ਹੁਣ ਟੋਟਲ ਨਹੀਂ ਬਰਾਬਰ ਕਰਨ ਲੱਗ ਜਾਣਾ ਹੁਣ, ਕਿਉਂਕਿ ਆਪਾਂ B ਦੇ ਇਨਕਮ ਤੇ ਐਕਸਪੈਂਡੀਚਰ 'ਚ ਕੋਈ ਰਿਲੇਸ਼ਨ ਬਣਾਉਣਾ ਹੈ, ਉਹਨਾਂ ਨੂੰ ਕਿਸੇ ਰੇਸ਼ੋ 'ਚ ਲੈ ਕੇ ਜਾਣਾ ਹੈ। ਤਾਂ B ਨੂੰ ਬਰਾਬਰ ਕਰਾਂਗੇ, ਤਾਂ 5 ਤੇ 3 ਨੂੰ ਬਰਾਬਰ ਕਰਨ ਲਈ ਇਹਦਾ 3 ਗੁਣਾ ਹੋ ਜਾਊਗਾ, ਇਹਦਾ 5 ਗੁਣਾ ਹੋ ਜਾਊਗਾ, ਇਹਦਾ 3 ਗੁਣਾ ਕਰਕੇ ਆ 15 ਬਣ ਜੂ, ਇਹਦਾ 5 ਗੁਣਾ ਕਰਕੇ ਆ 15 ਬਣ ਜੂ, ਬਰਾਬਰ ਹੋ ਗਏ। ਪਰ ਬਰਾਬਰ ਨਹੀਂ ਕਰਨਾ, ਆਪਾਂ ਇਨਕਮ ਕਰਨੀ ਹੈ 3 ਗੁਣਾ, ਐਕਸਪੈਂਡੀਚਰ ਕਰਨਾ ਹੈ
2 ਗੁਣਾ, ਤਾਂ ਓਵਰਆਲ ਉੱਪਰ ਸਾਰੀ ਇਨਕਮ ਹੋ ਜੂ 9 ਟਾਈਮਸ ਤੇ ਆਪਣਾ ਐਕਸਪੈਂਡੀਚਰ ਹੋ ਜਾਊਗਾ 10 ਟਾਈਮਸ। ਤਾਂ ਦੇਖੋ ਜੀ ਕੀ ਬਣ ਗਿਆ, ਇਹ 9 ਟਾਈਮਸ ਕੀਤਾ 36 45 54, ਇਨਕਮ ਆ ਗਈ 36 45 54 ਤੇ ਐਕਸਪੈਂਡੀਚਰ ਆ ਗਿਆ 10 ਟਾਈਮਸ ਕਰਕੇ 10 ਗੁਣਾ ਕਰਕੇ ਕੀ ਬਣ ਗਿਆ ਤੁਹਾਡਾ 20 30 40 20 30 40। ਤਾਂ ਬੱਚੇ ਸੇਵਿੰਗਸ ਕਿਹੜੀ ਰੇਸ਼ੋ ਚ ਆ ਜਾਣਗੀਆਂ, ਇਨਕਮ ਚੋਂ ਐਕਸਪੈਂਡੀਚਰ ਮਾਈਨਸ ਕਰੋ, 36 ਚੋਂ 20 ਕੱਢੇ 16, 45 ਚੋਂ 30 ਕੱਢੇ 15, 54 ਚੋਂ 40 ਕੱਢੇ 14, ਤਾਂ 16:15:14 ਤੁਹਾਡੀ ਸੇਵਿੰਗਸ ਦੀ ਰੇਸ਼ੀਓ ਆ ਜੂਗੀ। ਤਾਂ ਇਹ ਰੇਸ਼ੀਓ ਦਾ ਔਖਾ ਕੁਐਸਚਨ ਹੈਗਾ ਜਿਹੜਾ ਥੋੜੇ ਜਿਹੇ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਕਰ ਸਕਦੇ ਆਂਗੇ। ਹੋਰ ਇਹਦੇ ਵਿੱਚ ਤੁਸੀਂ ਜੋ ਮਰਜ਼ੀ ਟੱਕਰਾ ਜਿਹਾ ਮਾਰ ਲਓ, ਇਹਦੇ ਆਲੇ ਦੁਆਲੇ ਜੀ ਖੇਡ ਸਕੋਗੇ, ਇਸੇ ਤਰ੍ਹਾਂ ਹੀ ਆਨਸਰ ਆਊਗਾ। ਇਹੀ ਸੌਖਾ ਤਰੀਕਾ ਬਣਦਾ ਜੇ ਰੇਸ਼ੀਓ ਦੇ ਨਾਲ ਸਮਝਾਂਗੇ। ਤਾਂ ਇਹ ਬੱਚੇ ਆਪਣੇ ਅੱਜ ਦੇ ਸੈਸ਼ਨ ਦੇ ਕੁਝ ਰੇਸ਼ੀਓ ਦੇ ਕੁਐਸਚਨਸ ਸੀਗੇ। ਇਸ ਤੋਂ ਬਾਅਦ ਆਪਾਂ ਮੈਂ ਅਖੀਰ ਤੇ ਕਿਹਾ ਸੀ ਪਾਰਟਨਰਸ਼ਿਪ ਦੇ ਕੁਝ ਕੁਐਸਚਨਸ ਹੋਣਗੇ, ਪਾਰਟਨਰਸ਼ਿਪ ਵਾਲੇ ਕੁਐਸਚਨਸ ਦੇਖਦੇ ਹਾਂ। ਪਾਰਟਨਰਸ਼ਿਪ ਵਾਲੇ ਕੁਐਸਚਨਸ ਥੋੜੇ ਜਿਹੇ ਧਿਆਨ ਨਾਲ ਕਰਨ ਵਾਲੇ ਆ। ਉਹ ਕਹਿੰਦੇ A, B and C ਇਨਵੈਸਟ ਇਨ ਅ ਬਿਜ਼ਨਸ ਇਨ ਦਾ ਰੇਸ਼ੀਓ 4:5:7। ਉਹ ਕਹਿੰਦੇ ABC ਨੇ ਇੱਕ ਬਿਜ਼ਨਸ ਦੇ ਵਿੱਚ ਪੈਸਾ ਇਨਵੈਸਟ ਕੀਤਾ 4:5:7 ਦੇ ਵਿੱਚ। A ਨੇ 4, B ਨੇ 5, C ਨੇ 7। ਉਹ ਕਹਿੰਦੇ C ਇਜ਼ ਅ ਸਲੀਪਿੰਗ ਪਾਰਟਨਰ, C ਸਲੀਪਿੰਗ ਪਾਰਟਨਰ ਹੈ, ਜਿਹਦੇ ਕਰਕੇ ਹੋਇਆ ਕਿ ਸੋ ਹਿਜ਼ ਸ਼ੇਅਰ ਆਫ ਪ੍ਰੋਫਿਟਸ ਵਿਲ ਬੀ ਹਾਫ of what it would have been if he were a working partner। ਐਗਜ਼ਾਮੀਨਰ ਕਹਿੰਦਾ ਕਿ ABC ਨੇ ਬਿਜ਼ਨਸ ਸ਼ੁਰੂ ਕੀਤਾ by investing their capitals in the ratio 4:5:7। ਹੁਣ ਜੇ ਆ ਸਲੀਪਿੰਗ ਪਾਰਟਨਰ ਵਾਲਾ ਮਸਲਾ ਹੀ ਨਾ ਹੁੰਦਾ ਤਾਂ ਭਾਈ ਜੇ ਉਹਨਾਂ ਦੀ ਇਨਵੈਸਟਮੈਂਟ 4:5:7 ਦੇ ਵਿੱਚ ਆ ਤਾਂ ਫਿਰ ਉਹਨਾਂ ਦਾ ਪ੍ਰੋਫਿਟ ਵੀ 4, 5, 7 ਚ ਹੀ ਹੋਣਾ ਸੀਗਾ। ਪਰ ਐਗਜ਼ਾਮੀਨਰ ਕਹਿੰਦਾ ਕਿ ਪ੍ਰੋਫਿਟ 4, 5, 7 ਚ ਤਾਂ ਹੁੰਦਾ ਜੇ C ਵੀ ਵਰਕਿੰਗ ਹੁੰਦਾ, ਪਰ ਕਿਉਂਕਿ ਸੀ ਸਲੀਪਿੰਗ ਪਾਰਟਨਰ ਹੈ ਜਿਹਦੇ ਕਰਕੇ ਉਹਦਾ ਪ੍ਰੋਫਿਟ ਕੀ ਹੈ ਪਹਿਲਾਂ ਨਾਲੋਂ ਅੱਧਾ ਰਹਿ ਗਿਆ। ਤਾਂ ਪ੍ਰੋਫਿਟ ਪਹਿਲਾਂ ਨਾਲੋਂ ਅੱਧਾ ਰਹਿ ਜਾਣ ਦਾ ਮਤਲਬ ਕੀ ਆ ਕਿ ਹੁਣ ABC ਦਾ ਪ੍ਰੋਫਿਟ ਕਿਹੜੀ ਰੇਸ਼ੋ 'ਚ ਚੱਲ ਗਿਆ, ਹੁਣ ABC ਦਾ ਪ੍ਰੋਫਿਟ ਚੱਲ ਗਿਆ A ਦਾ 4, B ਦਾ 5, C ਦਾ 7 ਹੋਣਾ ਸੀ, ਪਰ ਸਲੀਪਿੰਗ ਪਾਰਟਨਰ ਹੋਣ ਕਰਕੇ ਉਹਦਾ ਪ੍ਰੋਫਿਟ ਅੱਧਾ ਰਹਿ ਗਿਆ 7/2। ਉਹ ਕਹਿੰਦੇ ਇਫ ਦੇ ਮੇਕ 36,000 ਪ੍ਰੋਫਿਟ ਆਫ ਵਿਚ 25% ਇਜ਼ ਰੀਇਨਵੈਸਟਡ ਇਨ ਦਾ ਬਿਜ਼ਨਸ, ਹਾਊ ਮਚ ਡਸ B ਗੈਟ। ਉਹ ਕਹਿੰਦੇ ਉਹਨਾਂ ਤਿੰਨਾਂ ਨੇ 36,000 ਦਾ ਪ੍ਰੋਫਿਟ ਕਮਾਇਆ, ਪਰ ਉਹ 36,000 ਚੋਂ 25% ਵਾਪਸ ਬਿਜ਼ਨਸ ਚਲਾ ਦੇਣਾ, ਤਾਂ 25% ਹੁੰਦਾ ਬੱਚੇ 1/4। ਤਾਂ ਰਿਮੇਨਿੰਗ ਪ੍ਰੋਫਿਟ ਜਿਹੜਾ ਉਹਨਾਂ ਦੇ ਵਿੱਚ ਵੰਡਿਆ ਜਾਣਾ ਉਹ ਕੀ ਹੈ 3/4। ਤਾਂ 36,000 ਦਾ 3/4 ਦੈਟ ਇਜ਼ 27,000। ਤਾਂ 27,000 ਰੁਪਏ ਪ੍ਰੋਫਿਟ ਵੰਡਿਆ ਜਾਊਗਾ ਉਹਨਾਂ ਦੇ ਵਿੱਚ। ਦੇਖੋ ਪ੍ਰੋਫਿਟ ਤਾਂ ਉਹਨਾਂ ਨੂੰ 36,000 ਹੋ ਰਿਹਾ, ਪਰ 36,000 ਚੋਂ 1/4 ਉਹਨਾਂ ਨੇ ਵਾਪਸ ਬਿਜ਼ਨਸ ਦੇ ਵਿੱਚ ਲਾ ਦੇਣਾ, ਤਾਂ ਬਾਕੀ ਜਿਹੜਾ ਉਹਨਾਂ ਦੇ ਵਿੱਚ ਵੰਡਿਆ ਜਾਣਾ ਉਹ ਤਾਂ 3/4 ਹੀ ਰਹਿ ਗਿਆ ਨਾ। ਤਾਂ 36,000 ਦਾ 3/4 ਕੀ 27,000 ਜਿਹੜਾ ਉਹਨਾਂ 'ਚ ਵੰਡਿਆ ਜਾਣਾ ਹੈ। ਐਗਜ਼ਾਮੀਨਰ ਕਹਿੰਦਾ ਉਹਦੇ ਵਿੱਚੋਂ B ਨੂੰ ਕੀ ਮਿਲੂਗਾ ਇਹ ਦੱਸੋ। ਤਾਂ ਬੱਚੇ ਇਹਨਾਂ ਦੇ ਪ੍ਰੋਫਿਟ ਦੀ ਰੇਸ਼ੋ ਕੀ ਹੈ, ਇਹਨਾਂ ਦੇ ਪ੍ਰੋਫਿਟ ਦੀ ਰੇਸ਼ੋ ਤੁਹਾਡੀ ਆ ਗਈ ਆ 2 ਇੱਧਰ ਚੱਲ ਜੂਗਾ 8:10:7 8:10:7 ਤੇ ਪ੍ਰੋਫਿਟ ਵੰਡਣਾ 27,000 36,000 ਨਾਲ ਵੰਡਿਓ 27,000 ਵੰਡਿਓ ਤੇ ਉਹਦੇ ਵਿੱਚੋਂ B ਨੂੰ ਕਿੰਨਾ ਮਿਲੂ। ਤਾਂ ਬੱਚੇ ਸਾਨੂੰ ਟੋਟਲ ਪ੍ਰੋਫਿਟ ਦਿੱਤਾ ਹੋਇਆ, ਟੋਟਲ ਪ੍ਰੋਫਿਟ 27,000 ਜੋ ਕਿ ਰੇਸ਼ੋ 'ਚ ਬਣੂ 10, 8, 18 ਤੇ 7 25। ਤਾਂ ਰੇਸ਼ੀਓ ਦੇ ਵਿੱਚ ਟੋਟਲ ਪ੍ਰੋਫਿਟ ਬਣਿਆ ਤੁਹਾਡਾ 25 ਯੂਨਿਟ, ਜਿਹਦੀ ਵੈਲਿਊ ਕੀ ਹੈ 27,000। ਤਾਂ 1 ਯੂਨਿਟ ਦੀ ਵੈਲਿਊ ਕੀ ਹੈ 27,000/25। ਅਸੀਂ B ਦਾ ਪ੍ਰੋਫਿਟ ਕੱਢਣਾ, B ਦਾ ਹਿੱਸਾ 10, ਤਾਂ ਅਸੀਂ 10 ਦੀ ਵੈਲਿਊ ਕੱਢ ਲਾਂਗੇ 10 ਗੁਣਾ ਕਰਕੇ। ਮੈਂ ਮਾਰਕਰ ਦਾ ਰੰਗ ਬਦਲ ਦਿੰਦਾ ਤਾਂ ਕਿ ਪਤਾ ਲੱਗ ਜਾਏ ਕਿ ਅਸੀਂ 10 ਦੀ ਵੈਲਿਊ ਕੱਢੀ ਹੈ। ਤਾਂ 10 ਗੁਣਾ ਕਰਕੇ ਕੀ ਆ ਜਾਊਗਾ ਬੱਚੇ, ਇਹ ਆ ਗਿਆ 2, ਇਹ ਆ ਗਿਆ 5, 5 ਕੱਟਿਆ 27,000 ਨਾਲ, ਇਹ ਆ ਗਿਆ 5400। ਤਾਂ 5400 × 2 ਕਰਕੇ ਆਨਸਰ ਆ ਗਿਆ 10,800। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਆ ਜਾਊਗਾ B ਦਾ ਪ੍ਰੋਫਿਟ 10,800 ਸੈਕਿੰਡ ਆਪਸ਼ਨ। ਤਾਂ ਇਹ ਬੱਚੇ ਤੁਹਾਡਾ ਪਾਰਟਨਰਸ਼ਿਪ ਦਾ ਥੋੜਾ ਜਿਹਾ ਇੰਟਰਸਟਿੰਗ ਕੁਐਸਚਨ ਹੈ, ਕੋਈ ਦੇਖਣ ਸਾਰ ਆਨਸਰ ਆਉਣ ਵਾਲਾ ਕੁਐਸਚਨ ਨਹੀਂ ਹੈਗਾ। ਇੱਕ ਦੋ ਛੋਟੀਆਂ ਇੰਟਰਸਟਿੰਗ ਚੀਜ਼ਾਂ ਦਿੱਤੀਆਂ ਨੇ। ਸਲੀਪਿੰਗ ਪਾਰਟਨਰ ਹੋਣ ਕਰਕੇ ਉਹਦਾ ਪ੍ਰੋਫਿਟ ਪਹਿਲਾਂ ਨਾਲੋਂ ਅੱਧ ਰਹਿ ਗਿਆ ਤਾਂ ਫਿਰ ਕਿਹੜੀ ਰੇਸ਼ੋ 'ਚ ਪ੍ਰੋਫਿਟ ਵੰਡਿਆ ਜਾਊਗਾ ਉਹ ਰੇਸ਼ੋ ਕੱਢੀ ਆ ਆਪਾਂ। ਫਿਰ ਉਹਨਾਂ ਨੂੰ 36,000 ਦਾ ਪ੍ਰੋਫਿਟ ਹੋਇਆ, ਪਰ ਸਾਰਾ ਨਹੀਂ ਵੰਡਣਾ, 25% ਦੁਬਾਰਾ ਬਿਜ਼ਨਸ ਚਲਾ ਦੇਣਾ, ਤਾਂ ਬਾਕੀ 3/4 ਜਾਣੀ ਕਿ 27,000 ਵੰਡਣਾ। ਤਾਂ ਫਿਰ 27,000 ਨੂੰ ਵੰਡਿਆ ਤਾਂ B ਨੂੰ ਕਿੰਨਾ ਮਿਲਿਆ। ਇਹ ਕੁਐਸਚਨ ਸੀਗਾ, ਧਿਆਨ ਨਾਲ ਕਰਨ ਵਾਲਾ ਕੁਐਸਚਨ ਸੀ, ਥੋੜਾ ਜਿਹਾ ਇੰਟਰਸਟਿੰਗ ਕੁਐਸਚਨ ਸੀਗਾ। ਇਸੇ ਤਰ੍ਹਾਂ ਦਾ ਇੱਕ ਹੋਰ ਕੁਐਸਚਨ ਹੈ, ਉਹ ਕਹਿੰਦੇ A and B started a business investing in the ratio 5:6। A ਤੇ B ਦੋ ਜਣਿਆਂ ਨੇ ਬਿਜ਼ਨਸ ਸ਼ੁਰੂ ਕੀਤਾ
ਪੈਸਾ ਇਨਵੈਸਟ ਕੀਤਾ 5:6 ਦੇ ਵਿੱਚ। ਕਹਿੰਦੇ ਸੀ ਜੁਆਇਨਡ them after 6 months, ਸੀ 6 ਮਹੀਨੇ ਬਾਅਦ ਆ ਕੇ ਜੁੜਦਾ ਵਿਦ ਐਨ ਅਮਾਊਂਟ ਇਕੁਅਲ ਟੂ 2/3 ਆਫ B। ਤਾਂ ਸੀ 6 ਮਹੀਨੇ ਬਾਅਦ ਆਇਆ, ਕਿੰਨੇ ਰੁਪਏ ਲੈ ਕੇ ਆਇਆ? B ਦਾ 2/3। ਤਾਂ ਬੱਚੇ B ਦੀ ਇਨਵੈਸਟਮੈਂਟ ਕਿੰਨੀ ਹੈ ਉਹ ਤੁਹਾਡੇ ਸਾਹਮਣੇ ਹੈ। A ਤੇ B ਜੇ 5:6 ਦੇ ਵਿੱਚ ਨੇ ਤਾਂ A 5 ਤੇ B 6 ਤੇ C ਕਿੰਨਾ ਲੈ ਕੇ ਆਇਆ? C ਲੈ ਕੇ ਆਇਆ B ਦਾ 2/3। ਤਾਂ 6 ਦਾ 2/3 ਕਿੰਨਾ ਬਣ ਗਿਆ? 6 ਦਾ 2/3 ਬਣ ਗਿਆ 4। ਤਾਂ C ਲੈ ਕੇ ਆਇਆ 4 ਇਨਵੈਸਟਮੈਂਟ। ਤਾਂ C ਦੀ ਇਨਵੈਸਟਮੈਂਟ 4 ਪਰ ਕਦੋਂ ਆਇਆ? 6 ਮਹੀਨੇ ਬਾਅਦ। ਤਾਂ ਉਹ ਕਹਿੰਦੇ ਵਟ ਵਾਸ देयर ਟੋਟਲ ਪ੍ਰੋਫਿਟ ਐਟ ਦਾ ਐਂਡ ਆਫ ਦਾ ਈਅਰ। ਐਟ ਦਾ ਐਂਡ ਆਫ ਦਾ ਈਅਰ ਮਤਲਬ 12 ਮਹੀਨਿਆਂ ਦੇ ਉੱਤੇ ਕੁਐਸਚਨ ਹੈ। ਤਾਂ ਇਹਦਾ ਮਤਲਬ A ਤੇ B ਦਾ ਸਮਾਂ 12 ਮਹੀਨੇ, C ਦਾ ਸਮਾਂ 6 ਮਹੀਨੇ ਬਾਅਦ ਆਇਆ ਤਾਂ 6 ਮਹੀਨੇ। ਤਾਂ ਪ੍ਰੋਫਿਟ ਆ ਜਾਣਗੇ ਇਨਵੈਸਟਮੈਂਟ ਇਨਟੂ ਟਾਈਮ। C ਦਾ 6 ਲਿਖਾਂਗੇ ਤਾਂ ਪ੍ਰੋਫਿਟ ਆ ਜਾਊ ਇਨਵੈਸਟਮੈਂਟ ਇਨਟੂ ਟਾਈਮ। ਇਨਵੈਸਟਮੈਂਟ ਇਨਟੂ ਟਾਈਮ ਦੇ ਵਿੱਚ ਇਹ ਆ ਗਿਆ 2, ਇਹ ਆ ਗਿਆ 2, ਇਹ ਆ ਗਿਆ 1। ਤਾਂ 2 ਵੀ ਕੱਟਿਆ, 2 ਵੀ ਕੱਟਿਆ, 4 ਵੀ ਕੱਟਿਆ। ਤਾਂ ਬੱਚੇ ਪ੍ਰੋਫਿਟ ਵੰਡੇ ਜਾਣਗੇ 5:6:2 ਦੇ ਵਿੱਚ। ਬੱਚੇ ਪ੍ਰੋਫਿਟ ਆ ਤੁਹਾਡੀ ਇਨਵੈਸਟਮੈਂਟ ਸੀ, ਫਿਰ ਨਾਲ ਆਪਾਂ ਟਾਈਮ ਲਾਤਾ ਤਾਂ ਪ੍ਰੋਫਿਟ ਆ ਗਿਆ ਇਨਵੈਸਟਮੈਂਟ ਇਨਟੂ ਟਾਈਮ ਕਰਕੇ। ਇਨਵੈਸਟਮੈਂਟ ਇਨਟੂ ਟਾਈਮ ਕਰਕੇ ਤੁਹਾਡਾ ਪ੍ਰੋਫਿਟ ਵੰਡਿਆਗਾ 5:6:2 ਦੇ ਵਿੱਚ। ਐਗਜ਼ਾਮੀਨਰ ਕਹਿੰਦਾ ਜੇ ਸੀ ਦਾ ਪ੍ਰੋਫਿਟ 21,600 ਹੈ ਤਾਂ ਉਹਨਾਂ ਦਾ ਟੋਟਲ ਪ੍ਰੋਫਿਟ ਦੱਸੋ। ਤਾਂ ਸੀ ਦਾ ਪ੍ਰੋਫਿਟ ਰੇਸ਼ੋ 'ਚ ਦੇਖੀਏ ਤਾਂ 2 ਤੇ ਟੋਟਲ ਪ੍ਰੋਫਿਟ 6 5 11 2 13। ਤਾਂ ਸਾਨੂੰ 2 ਦੀ ਵੈਲਿਊ ਦਿੱਤੀ ਹੈ, 13 ਦੀ ਪੁੱਛੀ ਆ। ਤਾਂ ਬੱਚੇ 2 ਦੀ ਵੈਲਿਊ ਸਾਨੂੰ ਦਿੱਤੀ ਆ 21,600 ਤੇ 13 ਦੀ ਵੈਲਿਊ ਪੁੱਛੀ ਹੈ। ਤਾਂ 1 ਦੀ ਵੈਲਿਊ ਆ ਗਈ ਬੱਚੇ ਡਿਵਾਈਡ ਬਾਈ 2 ਤੇ 13 ਦੀ ਵੈਲਿਊ ਕੱਢਣੀ ਆ ਕਿਉਂਕਿ ਟੋਟਲ ਪ੍ਰੋਫਿਟ 13 ਹੈ। ਤਾਂ ਮਲਟੀਪਲਾਈ 13 ਕਰਕੇ ਸਾਡਾ ਆਨਸਰ ਆ ਜਾਊਗਾ। ਇਹ ਆ ਗਿਆ ਬੱਚੇ 10800 00 ਤਾਂ ਆ ਜੂਗੀ 13 × 108 ਹੋ ਗਿਆ 1404। ਤਾਂ 1404 ਅੱਗੇ ਲੱਗ ਜੂਗਾ ਤਾਂ ਤੁਹਾਡਾ ਆਨਸਰ ਆ ਜਾਊਗਾ 140400। ਡੀ ਆਪਸ਼ਨ ਆਨਸਰ ਆ ਗਿਆ। ਤਾਂ ਇਹ ਕੁਝ ਅੱਜ ਦੇ ਸੈਸ਼ਨ ਦੇ ਸਵਾਲ ਸੀਗੇ, ਮੇਰੇ ਖਿਆਲ 'ਚ ਨਿਬੜ ਗਏ। ਹਾਂਜੀ, ਤਾਂ ਅੱਜ ਦੀ ਫਾਈਲ ਵੀ ਮੈਂ ਜਿਵੇਂ ਕੱਲ੍ਹ ਵਾਲੀ ਫਾਈਲ ਮੈਂ ਕੱਲ੍ਹ ਵਾਲੀ ਕਲਾਸ ਤੇ ਤੁਹਾਡਾ ਰਿਸਪੌਂਸ ਵੀ ਦੇਖਿਆ ਸੀਗਾ। ਜਿਵੇਂ ਕੱਲ੍ਹ ਵਾਲੇ ਸਵਾਲ ਜਿਹੜੇ ਆਪਾਂ ਸੋਲਵ ਕੀਤੇ ਉਹਨਾਂ ਦੇ ਵਿੱਚ ਇੱਕ ਤਾਂ ਮੇਰੀ ਕੋਸ਼ਿਸ਼ ਇਹ ਸੀ ਕਿ ਜੋ ਸਾਡੇ ਐਗਜ਼ਾਮਸ ਜਮਾ ਸਿਰ ਤੇ ਆ ਗਏ, ਖਾਸ ਕਰਕੇ ਜਨਵਰੀ 'ਚ ਵੀਡੀਓ ਤੇ ਐਕਸਾਈਜ਼ ਨਾਲ PSSB ਕਲਰਕ, ਇਹ ਜਿਹੜੇ ਸਿਰ ਤੇ ਆ ਗਏ ਐਗਜ਼ਾਮਸ, ਇਹਨਾਂ ਦੇ ਵਿੱਚ ਜੋ ਸਵਾਲ ਐਕਸਪੈਕਟਡ ਨੇ ਅਸੀਂ ਇਹ ਜਮਾ ਹੀ ਨਹੀਂ ਮੰਨਾਂਗੇ ਕਿ ਜੋ PSSB ਦਾ ਹੁਣ ਤੱਕ ਦਾ ਲੈਵਲ ਰਿਹਾ ਸੀ ਸੌਖਾ ਜਾਂ ਉੱਥੇ ਹੀ ਰਹੂਗਾ। ਅਸੀਂ ਮੰਨ ਕੇ ਚੱਲਾਂਗੇ ਕਿ ਯਾਰ ਇੱਕ ਸਟੈਪ ਉੱਪਰ ਜਾਣਗੇ। ਤਾਂ ਉਸ ਲੈਵਲ ਦੇ ਮੈਥ ਦੇ ਜੋ ਸਵਾਲ ਬਣਦੇ ਨੇ, ਜਿਸ ਚੈਪਟਰ 'ਚੋਂ ਜਿਸ ਟੌਪਿਕ 'ਚੋਂ ਬਣਦੇ ਆ, ਉਹ ਮੈਂ ਲਗਾਤਾਰ ਕਰਵਾਉਂਦਾ ਜਾਊਂਗਾ। ਇਹਦੇ ਨਾਲ ਅਗਲੇ ਦਿਨਾਂ ਦੇ ਵਿੱਚ ਇਹ ਸੈਸ਼ਨ ਤਾਂ ਕੰਟੀਨਿਊ ਰਹੂਗਾ। ਤੁਹਾਨੂੰ ਟਾਈਮ ਟੇਬਲ ਪਤਾ ਹੈਗਾ, ਇਹਦੇ ਬਾਰੇ ਮੈਂ ਹੋਰ ਜਾਣਕਾਰੀ ਅਗਲੇ ਸਮੇਂ 'ਚ ਦੁਬਾਰਾ ਦੇ ਦੂੰਗਾ ਤੁਹਾਨੂੰ। ਇਸ ਸੈਸ਼ਨ ਦੀ ਵੀ ਫਾਈਲ ਅੱਜ ਮੈਂ ਸ਼ਾਮ ਤੱਕ ਆਪਣਾ ਜਿਹੜਾ ਟੈਲੀਗ੍ਰਾਮ ਚੈਨਲ ਹੈ, ਟੈਲੀਗ੍ਰਾਮ ਚੈਨਲ ਤੇ ਸ਼ੇਅਰ ਕਰ ਲੂੰਗਾ, ਤੁਸੀਂ ਉੱਥੋਂ ਕਲੈਕਟ ਕਰ ਸਕਦੇ ਹੋ। ਕੱਲ੍ਹ ਵਾਲੀ ਵੀ ਕਰਤੀ ਸੀ, ਚੈੱਕ ਕਰ ਲਿਓ। ਅੱਜ ਵਾਲੀ ਵੀ ਕਰ ਲੂੰਗਾ। ਇਹ ਸੈਸ਼ਨ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੂਗਾ। ਅਗਲੇ ਵਾਰ 'ਚ ਮਿਲਾਂਗੇ। ਧੰਨਵਾਦ।